ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਸ਼ੰਤ ਰਾਮਾ ਤਰਹਿ ਦੂਜੀ ਸਲੋਕ। ਬਾਣੀ ਸੁਨੀ ਆਕਾਸ ਕੀ ਫੁਟਿਓ ਨਿਸਾਚਰ ਹੀ। ਕਾਸ਼ ਡਰ ਪਿਓ ਕਾਸ਼ ਹਠ ਗਹਿਓ ਕਾਸ਼ ਸੁਖ ਮਾਨਿਓ ਜੀ। ਬਾਣੀ ਸੁਨੀ ਆਕਾਸ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਨਾਲ ਗਿਰਾ ਅਸਤੋਤਰ ਨਾਮ ਦੀ ਬਾਣੀ ਤਿਸ ਦੀ ਕਥਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਵਣ ਕੀਤੀ ਹੈ। ਬੀਰਜਨਾਥ ਨੂੰ ਗੁਰੂ ਖਾਲਸਾ ਜੀ ਅਨੁਭਵ ਹੋਇਆ ਏ। ਪਰਮੇਸ਼ਰ ਵੱਲੋਂ ਆਕਾਸ਼ਵਾਣੀ ਹੋਈ ਹੈ ਕਿ ਤੂੰ ਭਗਵਾਨ ਸਰਬਲੋ ਦੇ ਨਾਲ ਮੱਥਾ ਲਾ ਕੇ ਕੋਈ ਬਹੁਤੀ ਭਲਾਈ ਨਹੀਂ ਖੱਟ ਰਿਹਾ। ਜਦੋਂ ਵੀ ਕੋਈ ਬੰਦਾ ਗਲਤ ਪਾਸੇ ਨੂੰ ਤੁਰਦਾ ਏ, ਕੋਈ ਕਰਮ ਕਰਨ ਦੇ ਮਾਰਗ ਉੱਪਰ ਤੁਰਦਾ ਏ, ਇੱਕ ਵਾਰ ਉਹਨੂੰ ਆਕਾਸ਼ਵਾਣੀ ਜ਼ਰੂਰ ਹੁੰਦੀ ਹੈ। ਜੇ ਉਹ ਬੰਦਾ ਮੰਨ ਲਵੇ ਤੇ ਠੀਕ ਹੈ, ਤੇ ਜੇ ਕਵੇ ਛੱਡੋ ਪਰਾਂ, ਤੇ ਮਨ ਦੇ ਵਿੱਚ ਜਿਹੜੀ ਚੰਗੀ ਸੋਚ ਪੈਦਾ ਹੁੰਦੀ ਹੈ, ਚੰਗਾ ਅਨੁਭਵ ਹੁੰਦਾ ਏ, ਉਹਨੂੰ ਗੁਰੂ ਖਾਲਸਾ ਜੀ ਨੇਤਰਾਂ ਤੋਂ ਬੇਅੰਦਾਜ਼ ਕਰਕੇ ਬੰਦਾ ਚੱਲ ਪਵੇ ਤੇ ਫਿਰ ਉਹ ਸੰਸਾਰ ਦੇ ਜਨਮ ਮਰਨ ਦੇ ਵਿੱਚ ਪੈ ਕੇ ਬਹੁਤ ਦੁੱਖ ਭੋਗਦਾ ਏ। ਸੋ ਬੀਰਜਨਾਥ ਦੇ ਤਾਈਂ ਆਕਾਸ਼ਵਾਣੀ ਹੋਈ ਹੈ। ਬੀਰਜਨਾਥ ਦੇ ਉੱਪਰ ਜੋ ਹੁਣ ਅਸਰ ਹੁੰਦਾ ਏ, ਉਹ ਸਰਬਲੋ ਭਗਵਾਨ ਦੀ ਜੋ ਮਹਾਨ ਕਥਾ ਹੈ, ਜਿਹਨੂੰ ਸਰਬਲੋ ਪ੍ਰਕਾਸ਼ ਕਰਕੇ ਸੰਪਰਦਾਵਾਂ ਦੇ ਵਿੱਚ ਗੁਰੂ ਕੇ ਪੰਥ ਖਾਲਸੇ ਵਿੱਚ ਚੇਤੇ ਕੀਤਾ ਜਾਂਦਾ ਏ। ਇਸ ਪਾਵਨ ਗ੍ਰੰਥ ਵਿੱਚ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਸਰਵਣ ਕਰੀਏ ਜੀ। ਬਿਸਨ ਪਾਦ ਸ਼ਾਂਤ ਰਾਮਾ ਤਰਹਿ ਦੂਜੀ ਸਲੋਕ। ਬਾਣੀ ਸੁਨੀ ਆਕਾਸ ਕੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵਕਤ ਬੀਰਜਨਾਥ ਨੇ ਆਕਾਸ਼ਵਾਣੀ ਆਪਣੇ ਕੰਨਾਂ ਦੇ ਨਾਲ, ਮਨ ਬੁੱਧ ਦੇ ਕੰਨਾਂ ਦੇ ਨਾਲ ਅਨੁਭਵ ਕਰਨ ਰੂਪ ਸੁਣੀ ਹੈ, ਫੁਟਿਓ ਨਿਸਾਚਰ ਹੀ। ਉਸ ਵਕਤ ਨਿਸਾਚਰ ਬੀਰਜਨਾਥ ਦਾ ਹਿਰਦਾ ਪਾਟ ਗਿਆ, ਛਾਨਣੀ ਛਾਨਣੀ ਹੋ ਗਿਆ, ਕਿਉਂਕਿ ਕੀਤੇ ਹੋਏ ਕੁਕਰਮ ਉਹਦੇ ਸਾਹਮਣੇ ਆ ਗਏ। ਜਦੋਂ ਮਹਾਰਾਜ ਕਲਗੀਧਰ ਜੀ ਨੇ ਧੁਰ ਕੀ ਬਾਣੀ ਰਾਹੀਂ ਔਰੰਗਜ਼ੇਬ ਨੂੰ ਉਪਦੇਸ਼ ਦਿੱਤਾ, ਉਹਨੇ ਸਬਰਨਾਮਾ ਪੜ੍ਹਿਆ ਤੇ ਉਹਦਾ ਹਿਰਦਾ ਵੀ ਛਾਨਣੀ ਛਾਨਣੀ ਹੋ ਗਿਆ ਸੀ। ਕੀਤੇ ਹੋਏ ਕੁਕਰਮ ਉਹਦੇ ਅੱਖਾਂ ਦੇ ਸਾਹਮਣੇ ਆ ਗਏ ਸਨ। ਇੱਦਾਂ ਹੀ ਗੁਰੂ ਖਾਲਸਾ ਜੀ ਬੀਰਜਨਾਥ ਦਾ ਹਿਰਦਾ ਪਾਟ ਗਿਆ ਏ, ਛਾਨਣੀ ਛਾਨਣੀ ਹੋ ਗਿਆ ਏ। ਕਾਸ਼ ਡਰ ਪਿਓ ਕਾਸ਼ ਹਠ ਗਹਿਓ। ਕੁਝ ਡਰਿਆ ਏ ਤੇ ਕੁਝ ਉਹਨੇ ਹਾਠ ਪਕੜਿਆ ਏ। ਤੇ ਹੁਣ ਜਿੱਦਾਂ ਹੋ ਗਿਆ ਹੋ ਗਿਆ। ਜੇ ਮੈਂ ਕਹਾਂ ਕਿ ਭਗਤੀ ਕਰਕੇ ਭਗਵਾਨ ਨੂੰ ਪ੍ਰਾਪਤ ਕਰ ਲਵਾਂ ਤੇ ਉਹ ਕਰਨਾ ਔਖਾ ਏ। ਤੇ ਹੁਣ ਜੰਗ ਦੇ ਮੈਦਾਨ ਵਿੱਚ ਜੇ ਭਗਵਾਨ ਦੇ ਹੱਥੋਂ, ਅਕਾਲ ਪੁਰਖ ਦੇ ਹੱਥੋਂ ਮੈਂ ਮਰ ਗਿਆ, ਜੂਝ ਗਿਆ, ਤੇ ਮੈਂ ਪਰਮ ਪਦਵੀ ਨੂੰ ਪ੍ਰਾਪਤ ਕਰਾਂਗਾ। ਤੇ ਇਦਾਂ ਸੋਚ ਕਰਕੇ ਉਹਨੇ ਕੁਝ ਹਾਠ ਪਕੜਿਆ ਏ ਜੰਗ ਕਰਨ ਦਾ। ਕਾਸ਼ ਸੁਖ ਮਾਨਿਓ ਜੀ। ਕੁਝ ਆਪਣੇ ਜੀਵ ਵਿੱਚ ਉਹਨੇ ਸੁਖ ਮੰਨਿਆ ਕਿ ਮੈਨੂੰ ਹੁਣ ਆਕਾਸ਼ਵਾਣੀ ਨੇ ਦੱਸ ਦਿੱਤਾ ਕਿ ਤੂੰ ਸਰਬਲੋ ਭਗਵਾਨ ਦੇ ਨਾਲ ਜੰਗ ਕਰਦਾ ਪਿਆ ਏ। ਜਿੰਨੇ ਵੱਡੇ ਵੱਡੇ ਦੈਂਤਾਂ ਨੂੰ ਆਪਣੇ ਪੈਰਾਂ ਹੇਠ ਮਲ ਦਿੱਤਾ, ਪਹਾੜਾਂ ਜਿਹੜੇ ਦੈਂਤਾਂ ਨੂੰ, ਤੂੰ ਉਹ ਭਗਵਾਨ ਦੇ ਅੱਗੇ ਬਾਹਾਂ ਪਸਾਰ ਕੇ ਛਾਤੀ ਤਾਣ ਕੇ ਆਕੜਦਾ ਪਿਆ ਏ। ਤੇ ਕੁਝ ਆਪਣੇ ਹਿਰਦੇ ਵਿੱਚ ਇਹ ਸੁਖੀ ਵੀ ਹੋਇਆ ਵੀ ਮੈਂ ਭਗਵਾਨ ਨਾਲ ਜੰਗ ਕਰਦਾ ਪਿਆ ਏ। ਜਿਹੜੇ ਭਗਵਾਨ ਨੂੰ ਸਾਰੇ ਪੂਜਦੇ ਨੇ ਉਹਦੇ ਨਾਲ ਮੇਰਾ ਮੱਥਾ ਲੱਗਾ ਏ।
ਭਗਵਾਨ ਦੇ ਹੱਥੋਂ ਮਰਾਂਗਾ ਮੈਂ ਪਰਮ ਗਤੀ ਨੂੰ ਪ੍ਰਾਪਤ ਹੋਵਾਂਗਾ। ਐਸਾ ਸੋਚ ਕੇ ਆਪਣੇ ਹਿਰਦੇ ਵਿੱਚ ਖੁਸ਼ ਵੀ ਹੋਇਆ। ਜੰਗ ਕਰਨ ਦਾ ਕੁਝ ਹੱਠ ਵੀ ਪਕੜਿਆ ਤੇ ਕੁਝ ਡਰਿਆ ਵੀ ਹੈ ਵੀ ਭਗਵਾਨ ਦੇ ਅੱਗੇ ਮੇਰਾ ਕੋਈ ਚਾਰਾ ਨਹੀਂ ਚੱਲੇਗਾ। ਬੀਰਜ ਨਾਦ ਬਾਚ ਮਨ ਮੈਂ ਸਲੋਕ। ਮਹਾਰਾਜ ਕਲਗੀਧਰ ਜੀ ਉਹ ਲਿਖਦੇ ਨੇ ਕਿ ਬਿਰਜਨਾਥ ਨੇ ਜੋ ਆਪਣੇ ਮਨ ਵਿੱਚ ਸੋਚਿਆ ਏ ਉਹ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਖਾਲਸੇ ਨੂੰ ਦੱਸਦੇ ਪਏ ਨੇ। ਆਕਾਸ਼ਵਾਣੀ ਸੁਣ ਕੇ ਜੋ ਉਹਦੇ ਮਨ ਵਿੱਚ ਆਇਆ ਉਹ ਮਹਾਰਾਜ ਸਾਹਿਬ ਜੀ ਦੱਸਦੇ ਪਏ ਨੇ। ਭਗਤ ਸੁਰਤਨ ਸਤ ਬ੍ਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਬਿਰਜਨਾਥ ਨੇ ਆਪਣੇ ਮਨ ਵਿੱਚ ਸੋਚਿਆ ਕਿ ਪ੍ਰਭੂ ਦੀ ਭਗਤੀ ਕਰਨੀ, ਜੰਗ ਦੇ ਮੈਦਾਨ ਵਿੱਚ ਸੂਰਮਤਾਈ ਦਿਖਾਉਣੀ ਤੇ ਸੱਚੇ ਧਰਮ ਨੂੰ ਕਮਾਉਣਾ, ਇਹ ਜੋ ਤਿੰਨ ਹੀ ਗੱਲਾਂ ਨੇ ਸੰਸਾਰ ਦੇ ਉੱਪਰ, ਜਾਂ ਕੋਈ ਸੱਚੇ ਧਰਮ ਨੂੰ ਕਮਾ ਲਵੇ ਤੇ ਜਾਂ ਕੋਈ ਸੂਰਮਾ ਬਣੇ ਤੇ ਜਾਂ ਕੋਈ ਭਗਤੀ ਕਰੇ। ਤੇ ਸਤ ਬ੍ਰਤ ਦਾ ਅਰਥ ਸਵਾਮੀ ਹਰਨਾਮਦਾਸ ਜੀ ਨੇ ਸਤੀ ਧਰਮ ਵੀ ਲਿਖਿਆ ਏ। ਪਤੀ ਮਰ ਜਾਣਾ ਤੇ ਪਤੀ ਤੋਂ ਬਾਅਦ ਇਸਤਰੀਆਂ ਸਤੀ ਹੋ ਜਾਂਦੀਆਂ ਸਨ। ਸਤੀ ਵਾਲਾ ਧਰਮ ਕਮਾਉਣਾ, ਸੂਰਮਤਾਈ ਕਮਾਉਣੀ ਤੇ ਭਗਤੀ ਕਰਨੀ। ਯਾ ਮਹਿ ਨੈਕ ਨਾ ਲਾਜ। ਬਿਰਜਨਾਥ ਨੇ ਮਨ ਵਿੱਚ ਸੋਚਿਆ ਵੀ ਇਹਦੇ ਵਿੱਚ ਥੋੜੀ ਜਿੰਨੀ ਵੀ ਲੱਜਾ ਨਹੀਂ ਕਰਨੀ ਚਾਹੀਦੀ। ਜੇ ਨੱਚਣਾ ਹੀ ਹੈ ਤੇ ਘੁੱਟ ਕਾਹਦਾ, ਜੇ ਭਗਤੀ ਕਰਨੀ ਹੈ ਤੇ ਸੰਗਣਾ ਕਾਹਦਾ, ਜੇ ਯੁੱਧ ਦੇ ਮੈਦਾਨ ਵਿੱਚ ਚਲੇ ਗਏ ਆ ਤੇ ਡਰਨਾ ਕਾਹਦਾ ਏ, ਜੇ ਧਰਮ ਦੇ ਰਾਹ ਦੇ ਉੱਪਰ ਤੋਰੀ ਪਏ ਆ ਤੇ ਪਿੱਛੇ ਮੁੜਨਾ ਕਾਹਦਾ। ਇਸ ਲਈ ਕਹਿੰਦੇ ਇਹਦੇ ਵਿੱਚ ਥੋੜੀ ਜਿੰਨੀ ਵੀ ਲੱਜਾ ਸ਼ਰਮ ਨਹੀਂ ਕਰਨੀ ਚਾਹੀਦੀ। ਜਪਬੋ ਤਪਬੋ ਜਪਬੋ ਜੂਝਬੋ। ਹਾਂ, ਤਪਬੋ ਮੈਨੇ ਤਪ ਕਰਨਾ, ਜਪਬੋ ਮੈਨੇ ਜਾਪ ਕਰਨਾ ਤੇ ਜੂਝਬੋ ਮੈਨੇ ਜੂਝਣਾ। ਜਦੋਂ ਬੰਦਾ ਸੱਚੇ ਧਰਮ ਨੂੰ ਕਮਾਉਂਦਾ ਏ ਨਾ, ਉਦੋਂ ਗੁਰੂ ਖਾਲਸਾ ਜੀ ਉਹਨੂੰ ਬੜਾ ਤਪਣਾ ਪੈਂਦਾ ਏ, ਬੜਾ ਤਪ ਕਰਨਾ ਪੈਂਦਾ ਏ। ਕਿਉਂਕਿ ਸੱਚੇ ਮਾਰਗ ਦੇ ਉੱਪਰ ਚੱਲਣ ਵੇਲੇ ਔਖਿਆਈਆਂ ਬੜੀਆਂ ਆਉਂਦੀਆਂ ਨੇ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਸੱਚੇ ਮਾਰਗ ਦੇ ਉੱਪਰ ਚੱਲ ਕੇ ਮੁਕਾਮ ਤੇ ਉੱਪਰ ਜਾਂਦਾ ਏ ਉਹਦੀ ਤੇ ਜਹਾਨ ਉਸਤਤ ਕਰਦਾ ਏ। ਪਰ ਜਦੋਂ ਕੋਈ ਸੱਚੇ ਧਰਮ ਤੇ ਚੱਲਦਾ ਏ ਤੇ ਉਹਦੇ ਅੱਗੇ ਕੰਡੇ ਵੀ ਬੜੇ ਬਖੇਰੇ ਜਾਂਦੇ ਨੇ, ਬੜਾ ਤਪ ਕਰਨਾ ਪੈਂਦਾ ਏ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ, ਅੱਜ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ। ਜਿੱਦਣ ਉਹ ਮਹਾਂਪੁਰਖਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ, ਉਦਣ ਗੁਰੂ ਖਾਲਸਾ ਜੀ ਕਈ ਬਾਤਾਂ ਕਰਦੇ ਸੀ ਲੋਕ, ਤੇ ਕਈ ਉਹਨਾਂ ਦੇ ਰਸਤੇ ਵਿੱਚ ਕੰਡੇ ਬਖੇਰੇ ਗਏ। ਆਪ ਸੰਗਤਾਂ ਇਸ ਗੱਲ ਤੋਂ ਜਾਣੀ ਜਾਣ ਹੋ, ਇਸ ਗੱਲ ਤੋਂ ਵਾਕਫ ਹੋ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਮਨ ਵਿੱਚ ਉਹਨੇ ਵਿਚਾਰ ਕੀਤੀ ਕਿ ਸੱਚੇ ਧਰਮ ਤੇ ਚੱਲਣਾ ਉਸ ਵਕਤ ਤਪਣਾ ਪੈਂਦਾ ਏ, ਜਦੋਂ ਭਗਤੀ ਕਰਨੀ ਹੈ ਉਦੋਂ ਜਾਪ ਕਰਨਾ ਪੈਂਦਾ ਏ, ਤੇ ਜਦੋਂ ਜੰਗ ਦੇ ਮੈਦਾਨ ਵਿੱਚ ਜਾਣਾ ਏ ਉਦੋਂ ਜੂਝਬੋ ਸ਼ਹਾਦਤ ਪ੍ਰਾਪਤ ਕਰਨੀ ਪੈਂਦੀ ਹੈ। ਯਾਹੀ ਬਣਿਓ ਸਮਾਜ। ਇਹੀ ਕੋਈ ਤੇ ਸੰਸਾਰ ਵਿੱਚ ਬਣਿਆ ਏ, ਤਪ ਕਰਨਾ, ਜਾਪ ਕਰਨਾ ਤੇ ਜੂਝਣਾ। ਆਪਾਂ ਜੰਗ ਦੇ ਮੈਦਾਨ ਨੂੰ ਚੱਲ ਪਏ, ਹੁਣ ਪਿਛਾਂਹ ਕਾਹਨੂੰ ਹਟਣਾ ਏ। ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਵੀਰ ਗਤੀ ਨੂੰ ਆਪਾਂ ਪ੍ਰਾਪਤ ਕਰੀਏ। ਸ਼ਾਂਤ ਕਬ ਦਾ ਹਰਸੋਂ ਸਮਰ ਬਨੈ ਗੋ। ਮਨ ਵਿੱਚ ਵਿਚਾਰ ਕੀਤੀ ਕਬ ਦਾ, ਕਦੋਂ ਸਮਾਂ ਆਵੇਗਾ, ਕਦੋਂ ਹਰੀ ਦੇ ਨਾਲ ਜੰਗ ਬਣੇਗਾ। ਜੰਗ ਦੇ ਮੈਦਾਨ ਵਿੱਚ ਮੈਂ ਹਰੀ ਦੇ ਨਾਲ ਯੁੱਧ ਕਰਾਂਗਾ, ਹਰੀ ਦੇ ਨਾਲ ਯੁੱਧ ਕਰਕੇ ਹਰੀ ਦੇ ਹੱਥੋਂ ਮਰ ਕੇ ਕਦੋਂ ਮੈਂ ਵੀਰ ਗਤੀ ਨੂੰ ਪ੍ਰਾਪਤ ਹੋਵਾਂਗਾ। ਦੂਜਾ ਇਸ ਤਰ੍ਹਾਂ ਵੀ ਅਰਥ ਕਰਦੇ ਨੇ ਕਿ ਵਿਦੋ ਹਰਸੋ ਸਮਰ ਬਣੈ ਗੋ। ਕੋ ਮੈਨੇ ਕਿਹੜੀ ਵਿਦੋ, ਮੈਨੇ ਵਿਧੀ ਦੇ ਨਾਲ ਹਰੀ ਦੇ ਨਾਲ ਯੁੱਧ ਬਣੇਗਾ। ਕਿਹੜੀ ਵਿਧੀ ਕਰਾਂ ਜਿਹਦੇ ਨਾਲ ਹਰੀ ਮੈਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਤੇ ਮੈਂ ਪਰਮ ਗਤੀ ਨੂੰ ਪ੍ਰਾਪਤ ਹੋਵਾਂ।
ਫਿਰ ਕਬ ਹਰ ਸੰਗ ਜੁਧ ਠਨੈ ਗੋ। ਹਾਂ, ਜੇ ਹੁਣ ਮੈਂ ਮੌਕਾ ਛੱਡ ਦਿੱਤਾ ਤੇ ਫਿਰ ਕਦੋਂ ਹਰੀ ਦੇ ਨਾਲ ਮੈਂ ਯੁੱਧ ਕਰਾਂਗਾ। ਕਬਦੋ ਹਰ ਸੋ ਸਮਰ ਬਣੈ ਗੋ। ਜੇ ਯੁੱਧ ਛੱਡ ਦਿੱਤਾ ਹੁਣ ਮੈਂ, ਫਿਰ ਕਦੋਂ ਹਰੀ ਦੇ ਨਾਲ ਜੰਗ ਕਰਨਾ ਬਣੇਗਾ, ਕਦੋਂ ਮੈਂ ਹਰੀ ਦੇ ਹੱਥੋਂ ਮਰਾਂਗਾ। ਹੁਣ ਤੇ ਮੌਕਾ ਬਣਿਆ ਏ, ਇਹ ਮੌਕੇ ਨੂੰ ਮੈਨੂੰ ਛੱਡਣਾ ਨਹੀਂ ਚਾਹੀਦਾ। ਫਿਰ ਯਹ ਅਵਸਰ ਸਮੋ ਐਸੋ। ਫਿਰ ਇਹ ਮੌਕਾ ਤੇ ਐਸਾ ਸਮਾਂ ਨਹੀਂ ਬਣੇਗਾ। ਫਿਰ ਕ ਵਿਧੋ, ਕਿਹੜੀ ਵਿਧੀ ਦੇ ਨਾਲ ਹਰੀ ਦੇ ਨਾਲ ਆਮਾ ਸਾਹਮਣਾ ਹੋਵੇਗਾ। ਹਰੀ ਦੇ ਨਾਲ ਯੁੱਧ ਦੇ ਮੈਦਾਨ ਵਿੱਚ ਮੈਂ ਦੋ ਹੱਥ ਕਰਾਂਗਾ, ਫਿਰ ਇਹ ਅਵਸਰ ਤੇ ਸਮਾਂ ਨਹੀਂ ਬਣੇਗਾ। ਬਹੁੜ ਹਾਥ ਨਾ ਆਏ ਹੈ। ਫਿਰ ਹੱਥ ਵਿੱਚ ਨਹੀਂ ਆਵੇਗਾ ਐਸਾ ਸਮਾਂ। ਤਜ ਸੰਕ ਲਰੀਐ ਭਵ ਸਿੰਧ ਤਰੀਐ। ਬਿਰਜਨਾਥ ਨੇ ਮਨ ਵਿੱਚ ਸੋਚਿਆ, ਬਿਰਜਨਾਥਾ ਮਰਨ ਦੀ ਸ਼ੰਕਾ ਛੱਡੀਏ, ਜੰਗ ਦੇ ਮੈਦਾਨ ਵਿੱਚ ਲੜੀਏ ਤੇ ਭਵਜਲ ਸਮੁੰਦਰ ਤੋਂ ਤਰਨਾ ਕਰੀਏ। ਨਾਹੇ ਫਿਰ ਪਛਤਾਏ ਹੈ। ਜੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਓ ਨਾ ਤੇ ਫਿਰ ਪਛਤਾਏ ਹੈ, ਪਛਤਾਵੇਂਗਾ। ਲੋਕ ਤੈਨੂੰ ਕਾਇਰ ਕਹਿਣਗੇ, ਤੂੰ ਵੀ ਪਛਤਾਵੇਂਗਾ ਵੀ ਭਗਵਾਨ ਦੇ ਨਾਲ ਜੰਗ ਕਰਨਾ ਸੀ, ਭਗਵਾਨ ਦੇ ਹੱਥੋਂ ਮਰ ਕੇ ਵੀਰਗਤੀ ਨੂੰ ਪ੍ਰਾਪਤ ਹੋਣਾ ਸੀ, ਮੈਂ ਮੌਕਾ ਛੱਡ ਦਿੱਤਾ। ਇਸ ਲਈ ਅੱਗੇ ਉਹਦੇ ਯੁੱਧ ਦੇ ਮੈਦਾਨ ਵਿੱਚ ਛਾਤੀ ਤਨ ਨਾ ਕਰ। ਪਛਤਾਏ ਹੈ ਛੱਛੇ ਨੂੰ ਔਂਕੜ ਲੱਗੀ ਹੈ ਜੀ। ਗਿਆਨੀ ਚੰਦਾ ਸਿੰਘ ਤੇ ਮਾਤਾ ਜੀ ਦੀ ਭੀੜ ਵਿੱਚ ਲਗਾ ਲੈਣੀ। ਯਹ ਅਨਿਤ ਦੇਹ ਨਿਸਾਚਰੀ। ਮਨ ਵਿੱਚ ਸੋਚਿਆ ਵੀ ਇਹ ਦੇਹ ਜਿਹੜੀ ਹੈ ਇਹ ਨਿਤ ਰਹਿਣ ਵਾਲੀ ਨਹੀਂ ਹੈ, ਇਹ ਅਨਿਤ ਹੈ ਤੇ ਨਿਸਾਚਰੀ ਦੰਤਾਂ ਵਾਲਾ ਸਰੀਰ ਹੈ। ਦੰਤ ਦੇਹੀ ਹੈ, ਦੈਂਤ ਦੇਹੀ ਹੈ, ਇਹ ਕਿਹੜੀ ਵੀ ਮਨੁੱਖਾ ਦੇਹੀ ਹੈ। ਦੰਤਾਂ ਵਾਲਾ ਭੈੜਾ ਇਹ ਸਰੀਰ ਹੈ। ਮਲ ਮੂਤ ਮਾਲਿਨ ਮਲਾਏ ਹੈ। ਹਾਂ, ਇਹ ਬਹੁਤੀ ਮੈਲੀ ਤੋਂ ਮੈਲੀ ਹੈ। ਮਲਨ ਮੈਨੇ ਮਲੀਨ ਤੇ ਮਲਾਏ ਮੈਨੇ ਮਲੀਨ। ਮਲੀਨ ਤੋਂ ਮਲੀਨ ਹੈ ਤੇ ਮਲ ਮੂਤਰ ਤੋਂ ਇਹ ਬਣੀ ਹੈ, ਜਾਂ ਮਲ ਤੇ ਮੂਤਰ ਵਾਲੀ ਹੈ ਤੇ ਬਹੁਤ ਹੀ ਇਹ ਭੈੜੀ ਹੈ। ਕਾਸ਼ ਸਰਤ ਨਾਹਨ ਕਾਜ ਜਾਸੋ। ਹਾਂ, ਇਹ ਦੰਤਾਂ ਵਾਲੀ ਦੇਹ ਤੋਂ ਕੋਈ ਕੰਮ ਹੁਣ ਤੱਕ ਤੇ ਸਰਿਆ ਨਹੀਂ ਤੇ ਅੱਗੇ ਵੀ ਇਹਦੇ ਤੋਂ ਕੋਈ ਕੰਮ ਸਰੇਗਾ ਨਹੀਂ। ਸਰਤ ਮੈਨੇ ਪੂਰਾ ਨਹੀਂ ਹੋਵੇਗਾ। ਸ਼ਹੀਦੀ ਬਾਗ ਵਾਲੀ ਬੀੜ ਗਿਆਨੀ ਚੰਦਾ ਸਿੰਘ ਤੇ ਮਾਤਾ ਜੀ ਦੀ ਬੀੜ ਵਿੱਚ ਇੱਥੇ ਸਰਤ ਹੀ ਪਾਠ ਹੈ। ਅੰਤ ਕਾਲ ਚਬਾਏ ਹੈ। ਅੰਤ ਨੂੰ ਮੌਤ ਆਵੇਗੀ, ਔਦ ਪੂਰੀ ਹੋਣ ਤੇ ਚਬਾ ਲੇਵੇਗੀ। ਕੀ ਫਿਰ ਉਹ ਸਹੁਰੇਗਾ, ਮਰਨਾ ਤੇ ਹੈਗਾ ਹੀ ਹੈ। ਹੁਣ ਭਗਵਾਨ ਦੇ ਹੱਥੋਂ ਮਰ ਕੇ ਵੀਰਗਤੀ ਨੂੰ ਪ੍ਰਾਪਤ ਹੋਵਾਂਗਾ ਤੇ ਫਿਰ ਬਿਰਜਨਾਥਾ ਤੈਨੂੰ ਕਾਲ ਆ ਕੇ ਚਬਾਵੇਗਾ। ਯਾ ਤਨ ਸੋ ਕਛ ਭਲੋ ਨਾ ਕੀਨੋ। ਮਨ ਵਿੱਚ ਸੋਚਦਾ ਏ ਵੀ ਇਹ ਸਰੀਰ ਦੇ ਨਾਲ ਬਿਰਜਨਾਥਾ ਤੂੰ ਕੋਈ ਭਲੇ ਦਾ ਕੰਮ ਨਹੀਂ ਕੀਤਾ। ਨਾਹਨ ਜਪ ਤਪ ਦਾਨ ਨਾ ਦੀਨੋ। ਨਾ ਕੋਈ ਜਪ ਕੀਤਾ, ਨਾ ਤਪ ਤੇ ਨਾ ਕੋਈ ਤੂੰ ਦਾਨ ਹੀ ਦਿੱਤਾ। ਇਹ ਧਰਮ ਅਰਥੇ ਦਿਨ ਰੈਨ ਬੀਤੇ ਅਗਨ ਕਰਤਿਆ। ਬਿਰਜਨਾਥਾ ਰਾਤ ਦਿਨ ਤੇਰੇ ਬਤੀਤ ਹੁੰਦੇ ਗਏ, ਅਗਨ ਪਾਪ ਕਰਦੇ ਆਂ। ਅਗਨ ਪਾਪ ਹੀ ਕਰਦਾ ਰਿਹਾ, ਪਾਪ ਕਰਦਿਆਂ ਹੀ ਤੂੰ ਰਾਤ ਦਿਨ ਨਿਘਾ ਲੈਣਾ ਕੀਤੇ ਨੇ। ਸੁਰ ਦਰੋਹ ਕੀਨਿਓ ਪਾਪ ਬਾੜ। ਹਾਂ, ਰੱਬ ਦੇ ਪਿਆਰੇ ਜਿਹੜੇ ਦੇਵਤੇ ਨੇ ਉਹਨਾਂ ਦੇ ਨਾਲ ਤੂੰ ਦਰੋਹੇ ਵੈਰ ਕੀਤਾ, ਇਹ ਬਹੁਤਾ ਵੱਡਾ ਤੂੰ ਪਾਪ ਕਰਨਾ ਕੀਤਾ ਏ। ਕਰ ਕ੍ਰੋਧ ਹਿੰਸਾ ਲੁਬਧ ਰਾਤ ਰਸ। ਹਾਂ, ਤੂੰ ਕ੍ਰੋਧ ਕੀਤਾ, ਹਿੰਸਾ ਕੀਤੀ, ਮਾਰਿਆ ਕੁੱਟਿਆ ਗਰੀਬਾਂ ਦੇ ਤਾਈਂ ਤੇ ਰਤ ਰਸ ਮੈਨੇ ਕਾਮ ਰਸ ਦੇ ਵਿੱਚ ਤੂੰ ਲੁਬਧ ਲੁਭਾਏਮਾਨ ਹੋਇਆ ਰਿਹਾ। ਬਸ ਕਾਮ ਰਸ ਦੇ ਵਿੱਚ ਅਪਛਰਾ ਨੂੰ ਭੋਗਿਆ, ਕਦੀ ਕਿਸੇ ਦੀ ਜਨਾਨੀ ਖੋਲੀ, ਕਦੇ ਕਿਸੇ ਦੀ ਖੋਲੀ। ਹੋਰ ਕੋਈ ਚੰਗਾ ਕੰਮ ਤੇ ਤੂੰ ਬਿਰਜਨਾਥ ਦਾ ਕੀਤਾ ਹੀ ਨਹੀਂ। ਬਸ ਪੰਚ ਦੂਤਨ ਬੁੱਧ ਜਾੜ। ਹਾਂ, ਪੰਜਾਂ ਦੂਤਾਂ ਦੇ ਤੂੰ ਵਸ ਹੋਇਆ ਰਿਹਾ। ਤੇਰੀ ਬੁੱਧੀ ਵੀ ਜੜ ਹੈ, ਮੂਰਖ ਹੈ। ਮੂਰਖ ਬੁੱਧੀ ਦੇ ਨਾਲ ਤੂੰ ਮੂਰਖ ਹੀ ਕੰਮ ਕੀਤੇ, ਮੂਰਖਾਂ ਵਾਲੇ ਹੀ। ਆਪ ਕਰਮ ਕਰਤਿਆ ਔਦ ਬੀਤੀ। ਆਪ ਕਰਮ ਬੁਰੇ ਕੰਮ ਕਰਦਿਆਂ ਤੇਰੀ ਉਮਰ ਬਤੀਤ ਹੋ ਗਈ। ਕਰਤਿਆ ਤੇ ਬਿੰਦੀ ਨਹੀਂ ਹੈਗੀ ਐੜੇ ਦੇ ਕੰਨੇ ਤੇ। ਨਨਕਿਆਣੇ ਵਾਲੀ ਬੀੜ ਤੇ ਹੋਰ ਪੁਰਾਣੀਆਂ ਬੀੜਾਂ ਵਿੱਚ ਇਹ ਕੱਟ ਲੈਣੀ। ਸੁਭ ਕਰਮ ਨੈਕ ਨਾ ਮੂੰਹ ਕਰਿਓ। ਹਾਂ, ਚੰਗਾ ਕੰਮ ਤੂੰ ਥੋੜਾ ਜਿੰਨਾ ਵੀ ਨਹੀਂ ਕੀਤਾ, ਨਾ ਏਕ ਕਰਿਓ। ਨਹੀਂ ਤੂੰ ਇੱਕ
ਚੰਗਾ ਕੰਮ ਕੀਤਾ। ਉਹ ਆਪਣੇ ਮਨ ਨੂੰ ਕਹਿੰਦਾ, ਮਨਾ ਮੂੰਹ ਮੈਨੇ ਮੈਂ ਚੰਗਾ ਕੰਮ ਇੱਕ ਵੀ ਨਹੀਂ ਕੀਤਾ। ਸੰਸਾਰ ਦੇ ਉੱਪਰ ਬੁਰੇ ਕੰਮ ਕਰਦੇ ਉਮਰ ਗੁਜ਼ਾਰ ਲਈ ਹੈ। ਪਰ ਨਾਰ ਪਰ ਅਪਵਾਦ ਪਰ ਧਨ। ਕਿਹੜੇ ਕਿਹੜੇ ਕੰਮ ਕੀਤੇ? ਪਰਾਇਆਂ ਦੀਆਂ ਜਨਾਨੀਆਂ ਭੋਗੀਆਂ, ਕਦੀ ਅਪਛਰਾਂ, ਕਦੀ ਜਛਣੀਆਂ, ਕਦੀ ਮਨੁੱਖਣੀਆਂ। ਜੋ ਵੀ ਕਿਸੇ ਦਾ ਆ ਗਿਆ ਬਸ ਫੜ ਕੇ ਲਿਆਂਦਾ ਤੇ ਬੁਰਾ ਕਰਮ ਕੀਤਾ। ਪਰ ਅਪਵਾਦ, ਪਰਾਏ ਦੀ ਨਿੰਦਿਆ ਕੀਤੀ, ਪਰਾਏ ਦਾ ਧਨ ਖੋਹ ਕੇ ਲਿਆਂਦਾ, ਰਾਜ ਭਾਗ ਤੇ ਕਬਜ਼ਾ ਕੀਤਾ। ਕਦੇ ਪਤਾਲਾਂ ਤੇ, ਕਦੇ ਇੰਦਰਪੁਰੀ ਤੇ, ਕਦੇ ਮਾਤ ਲੋਕ ਦੇ ਉੱਪਰ ਕਬਜ਼ਾ ਕਰ ਲਿਆ। ਗ੍ਰਹਣ ਕੀਨੋ ਨਹਿ ਡਰਿਓ। ਹਾਂ, ਬਸ ਪਰਾਏ ਦਾ ਧਨ ਗ੍ਰਹਿਣ ਕਰ ਲਿਆ, ਪਰਾਏ ਦੀ ਨਾਰੀ ਗ੍ਰਹਿਣ ਕਰ ਲਈ, ਭੋਗ ਲਈ, ਨਿੰਦਿਆ ਤੇ ਬੁਰੇ ਕਰਮਾਂ ਨੂੰ ਗ੍ਰਹਿਣ ਕੀਤਾ ਤੇ ਕਦੇ ਵੀ ਡਰਿਆ ਨਾ ਵੀ ਇਹ ਬੁਰੇ ਕਰਮਾਂ ਦਾ ਫਲ ਬੜਾ ਬੁਰਾ ਹੁੰਦਾ ਏ। ਪਾਪ ਕਰਤ ਕਛ ਸਕੁਚ ਨ ਆਇਓ। ਹਾਂ, ਬਿਰਜਨਾਦਾ ਸੰਸਾਰ ਤੇ ਆ ਕੇ ਕੀਤਾ ਤੇ ਕੀ ਕੀਤਾ ਈ? ਪਾਪ ਹੀ ਕੀਤੇ ਹੀ ਨਾ। ਪਾਪ ਕਰਦਿਆਂ ਕਿਤੇ ਤੈਨੂੰ ਸੰਕੋਚ ਨਹੀਂ ਆਇਆ। ਐੜੇ ਨੂੰ ਕਰਨਾ ਤੇ ਪੂਰੇ ਜਈਏ ਨੂੰ ਹੋੜਾ ਏ। ਕਾਮ ਕ੍ਰੋਧ ਬਸ ਬੈਸ ਬਿਤਾਇਓ। ਕਾਮ ਕ੍ਰੋਧ ਦੇ ਵਸ ਹੋ ਕਰਕੇ ਤੂੰ ਆਪਣੀ ਬੈਸ ਉਮਰ ਨੂੰ ਬਿਤਾਇਓ, ਬਤਾ ਦੇਣਾ ਕੀਤਾ। ਇਹ ਵੀ ਜਈਆ ਪੂਰਾ ਤੇ ਹੋੜਾ ਹੀ ਬਿਤਾਇਓ ਦਾ। ਜਗ ਜਾਪ ਨਾ ਦੇਵ ਪੂਜਾ। ਹਾਂ, ਨਾ ਕੋਈ ਜਗ ਕੀਤਾ, ਨਾ ਕੋਈ ਜਾਪ ਕੀਤਾ ਤੇ ਨਾ ਕਿਸੇ ਇਸ਼ਟ ਦੇਵ ਦੀ ਪੂਜਾ ਹੀ ਕੀਤੀ। ਦੰਤਾਂ ਦਾ ਇਸ਼ਟ ਦੇਵ ਗੁਰੂ ਖਾਲਸਾ ਜੀ ਸ਼ਿਵ ਹੈ। ਉਹ ਸ਼ਿਵ ਦੇ ਪੁਜਾਰੀ ਨੇ, ਉਹ ਰੁੱਦਰ ਦੇ ਪੁਜਾਰੀ ਨੇ। ਉਹ ਕਹਿੰਦਾ ਨਾ ਮੈਂ ਇਸ਼ਟ ਦੇਵ ਦੀ ਪੂਜਾ ਕੀਤੀ, ਨਾ ਜਗ ਕੀਤਾ ਤੇ ਨਾ ਜਾਪ ਹੀ ਕੀਤਾ। ਇਹ ਨੰਨਾ ਵੱਖਰਾ ਏ ਜਾਪ ਦੇ ਨਾਲੋਂ। ਇਹ ਜਗ ਜਾਪ ਦੇ ਪੂਜਾ ਦੇ ਨਾਲ ਨੰਨਾ ਅਨਵੈ ਹੋਵੇਗਾ। ਨਹਿ ਜਜਿਓ ਈਸ ਦਇਆ ਨਿਦੇ। ਹਾਂ, ਦਇਆ ਦਾ ਸਮੁੰਦਰ, ਸਾਰਿਆਂ ਦਾ ਮਾਲਕ, ਸਰਬਲੋ ਅਕਾਲ ਪੁਰਖ, ਉਹਨੂੰ ਵੀ ਮੈਂ ਕਦੇ ਪੂਜਣਾ ਨਹੀਂ ਕੀਤਾ, ਉਹਨੂੰ ਵੀ ਧਿਆਉਣਾ ਨਹੀਂ ਕੀਤਾ। ਆਪ ਹੀ ਕੋ ਜਾਣ ਕਰਤਾ। ਬਸ ਆਪਣੇ ਆਪ ਨੂੰ ਕਰਤਾ ਜਾਣਿਆ ਵੀ ਮੈਂ ਹੀ ਸਾਰੇ ਸੰਸਾਰ ਦਾ ਕਰਤਾ ਰਚਨਹਾਰਾ। ਮਤ ਮੰਦ ਬਸਗਤ ਰਿੱਧ ਸਿਧੇ। ਹਾਂ, ਮੰਦੀ ਮਤ, ਬਸ ਰਿੱਧੀਆਂ ਸਿੱਧੀਆਂ ਨੂੰ ਆਪਣੇ ਅਧੀਨ ਕਰ ਛੱਡਿਆ। ਆਪ ਵੀ ਰਿੱਧੀਆਂ ਸਿੱਧੀਆਂ ਦੇ ਬਸਗਤ ਦੇ ਅਧੀਨ ਹੋਇਆ ਰਿਹਾ। ਰਿੱਧੀਆਂ ਸਿੱਧੀਆਂ ਕਰਕੇ ਬਸ ਇਹਦੇ ਵਿੱਚ ਹੀ ਪਲਚਿਆ ਰਿਹਾ। ਵੱਡ ਆਯੁ ਪਾਏ ਜੀ ਗਰਭ ਉਪਜਿਓ। ਹਾਂ, ਵੱਡੀ ਉਮਰ ਹੋ ਗਈ ਤੇ ਹਿਰਦੇ ਵਿੱਚ ਹੰਕਾਰ ਪੈਦਾ ਹੋ ਗਿਆ ਵੀ ਮੈਂ ਤੇ ਬੜੀ ਵੱਡੀ ਉਮਰ ਵਾਲਾ ਹਾਂ, ਮੈਨੂੰ ਕੌਣ ਖਤਮ ਕਰ ਸਕਦਾ ਹੈ। ਵੱਡ ਆਯੂ ਪਾਏ, ਬੱਬਾ ਡੱਡਾ ਵੱਡ। ਇਹ ਗੁਰੂ ਖਾਲਸਾ ਜੀ ਛਾਪੇ ਦੀਆਂ ਦੋਨਾਂ ਬੀੜਾਂ 'ਚ ਤੇ ਗਿਆਨੀ ਚੰਦਾ ਸਿੰਘ ਮਾਤਾ ਜੀ ਸ਼ਹੀਦੀ ਬਾਗ ਨਨਕਿਆਣਾ ਸਾਹਿਬ ਤੇ ਬੁੱਢੇਦਾਲ ਸ਼੍ਰੋਮਣੀ ਅਕਾਲੀ ਪੰਥ ਦੇ ਤੋਸ਼ੇ ਖਾਨੇ 'ਚ ਜੋ ਬੀੜ ਹੈ ਉਹਦੇ ਵਿੱਚੋਂ ਇਹ ਪਾਠ ਦੇਖਿਆ ਏ। ਨਹਿ ਦ੍ਰਿਸ਼ਟ ਦੂਸਰ ਆਨਿਓ। ਆਪਣੀ ਦ੍ਰਿਸ਼ਟੀ ਵਿੱਚ ਆਪਣੇ ਤੋਂ ਬਿਨਾਂ ਦੂਜੇ ਨੂੰ ਲਿਆਂਦਾ ਹੀ ਨਹੀਂ। ਆਪਣੇ ਆਪ ਨੂੰ ਹੀ ਮਹਾਨ ਮੰਨਿਆ, ਦੂਜੇ ਨੂੰ ਤੇ ਕਿਹਾ ਵੀ ਇਹ ਤੇ ਹੈ ਹੀ ਕੁਝ ਨਹੀਂ। ਹੋਰ ਕਿਸੇ ਨੂੰ ਕਿਸੇ ਗਿਣਤੀ ਵਿੱਚ ਨਹੀਂ ਲਿਆਂਦਾ, ਆਪਣੀਆਂ ਅੱਖਾਂ ਦੇ ਹੇਠਾਂ ਲਿਆਉਣਾ ਹੀ ਨਹੀਂ ਕੀਤਾ। ਰਿੱਧ ਸਿੱਧ ਆਗਿਆਕਾਰ ਕੀਨਿਓ। ਹਾਂ, ਰਿੱਧੀਆਂ ਸਿੱਧੀਆਂ ਨੂੰ ਆਪਣੇ ਆਗਿਆਕਾਰ ਕਰ ਲਿਆ। ਰਿੱਧੀਆਂ ਸਿੱਧੀਆਂ ਤੋਂ ਆਪਣੇ ਕੰਮਕਾਜ ਲਏ, ਸ਼ਕਤੀਆਂ ਤੋਂ, ਤੇ ਬਸ ਇਹਦੇ ਵਿੱਚ ਹੀ ਲੱਗਾ ਰਿਹਾ। ਆਪ ਕੋ ਹਰ ਜਾਣਿਓ। ਬਿਰਜਨਾਥ ਆਪਣੇ ਮਨ ਨੂੰ ਕਹਿੰਦਾ ਕੀ ਕੀਤਾ ਹੋਏ? ਆਪਣੇ ਆਪ ਨੂੰ ਰੱਬ ਮੰਨ ਕੇ ਬੈਠਾ ਰਿਓ ਨਾ। ਸੰਸਾਰ ਤੇ ਆ ਕੇ ਕੀਤਾ ਤੇ ਤੂੰ ਕੁਝ ਨਾ। ਕਾ ਭਇਓ ਜਾਓ ਜੀਤਿਓ ਤ੍ਰੈ ਲੋਕਾ। ਹਾਂ, ਕਹਿੰਦਾ ਕੀ ਹੋਇਆ ਜੇ ਤੂੰ ਮਨਾ ਤਿੰਨੇ ਲੋਕ ਜਿੱਤ ਲਏ ਨੇ। ਕਾ ਭਇਓ ਜਈਆ ਪੂਰਾ ਏ। ਕੀ ਹੋਇਆ ਜੋ ਜੇਕਰ ਤੂੰ ਤਿੰਨੇ ਲੋਕ ਜਿੱਤ ਲਏ ਨੇ। ਦੈ ਦੈ ਡੰਡ ਸੁਰਨ ਉਰ ਸੋਕਾ। ਹਾਂ, ਕਿੱਦਾਂ ਜੀਤੇ ਹੀ ਉਹ? ਦੇਵਤਿਆਂ ਨੂੰ ਦੁੱਖ ਹੀ ਦਿੱਤਾ ਹੀ ਨਾ। ਉਹਨਾਂ ਦੇ ਹਿਰਦੇ ਵਿੱਚ ਸੋਕਾ ਦੁੱਖ ਦੇ ਕੇ, ਉਹਨਾਂ ਨੂੰ ਡੰਡ ਦੇ ਦੇ ਕੇ ਤਿੰਨੇ ਲੋਕ ਹੀ ਜਿੱਤੇ ਹੀ ਨਾ। ਕਿਹੜਾ ਤੂੰ ਭਲਾਈ ਕਰਕੇ ਤਿੰਨੇ ਲੋਕ ਜਿੱਤੇ ਨੇ। ਕੀ ਹੋਇਆ ਜੇ ਤਿੰਨਾਂ ਲੋਕਾਂ ਦਾ ਰਾਜਾ ਬਣ ਗਿਆ, ਪਰਜਾ ਦਾ ਦਿਲ ਤਾਂ ਨਾ ਜਿੱਤਿਆ ਗਿਆ। ਪਰਜਾ ਤੇ ਤੈਨੂੰ ਦਿਲੋਂ ਬਦਦੁਆਈਆਂ ਹੀ ਦਿੰਦੀ ਪਈ ਹੈ ਨਾ। ਕੀ ਹੋਇਆ ਜੇ ਉਤੋਂ ਉਤੋਂ ਤਿੰਨ ਲੋਕ ਜਿੱਤ ਲਏ। ਜੀਤਿਓ ਸੁਰੇਸ਼ਰ ਸੈਨ ਜੁਤ। ਹਾਂ, ਕੀ ਹੋਇਆ ਜੇ ਤੂੰ ਇੰਦਰ ਵੀ ਜਿੱਤ ਲਿਆ, ਸੈਨਾ ਦੇ ਸਮੇਤ
ਸਾਰੀ ਫੌਜ ਨੂੰ ਤੂੰ ਜਿੱਤ ਲੈਣਾ ਕੀਤਾ। ਸੁਰ ਸਕਲ ਬੰਦੀ ਕਰ ਰੱਖੈ, ਹਾਂ, ਦੇਵਤਿਆਂ ਨੂੰ ਤੂੰ ਬੰਦੀ ਬਣਾ ਕਰਕੇ ਰੱਖ ਲੈਣਾ ਕੀਤਾ। ਅਮਰਾਵਤੀ ਕੋ ਬਾਸ ਕੀਨੋ, ਹਾਂ, ਅਮਰਾਵਤੀ ਸਵਰਗਾਂ ਦੇ ਵਿੱਚ ਤੂੰ ਬਾਸਾ ਕੀਤਾ ਏ। ਅਮਰਾਵਤੀ ਦੇ ਵਿੱਚ ਤੂੰ ਬਾਸਾ ਕਰਨਾ ਕੀਤਾ ਏ ਤੇ ਕੀ ਕਰ ਲਿਆ ਏ ਤੂੰ? ਸੁਰ ਸੁਤਾ ਭੋਗਿਓ ਰਸ ਚਖੈ, ਹਾਂ, ਸੁਰ ਦੇਵਤਿਆਂ ਦੀਆਂ ਸੁਤਾ ਲੜਕੀਆਂ ਨੂੰ ਤੂੰ ਭੋਗਿਆ ਏ ਤੇ ਕਾਮ ਰਸ ਨੂੰ ਚਖਣਾ ਕੀਤਾ ਏ। ਲੋਟ ਕੋਟ ਸੁਰੇ ਸਹਲੀਨ, ਹਾਂ, ਲੁੱਟ ਕੇ ਕੁੱਟ ਕੇ ਇੰਦਰ ਦੇ ਕੋਲੋਂ ਤੂੰ ਸਭ ਕੁਝ ਖੋਹ ਲਿਆ ਏ। ਕਿਹੜਾ ਤੂੰ ਭਲਾਈ ਕਰਕੇ ਤਿੰਨਾਂ ਲੋਕਾਂ ਦਾ ਰਾਜਾ ਬਣਿਆ ਏ? ਕਿਹੜਾ ਤੈਨੂੰ ਤਿੰਨਾਂ ਲੋਕਾਂ ਨੇ ਇਕੱਠਿਆਂ ਹੋ ਕਰਕੇ ਤਿਲਕ ਦਿੱਤਾ ਏ? ਪਰਜਾ ਤੇਰੇ ਤੋਂ ਖੁਸ਼ ਹੈ। ਨਿਕਾਰ ਸੁਰ ਅਮਰਾਵਤੀ, ਹਾਂ, ਦੇਵਤਿਆਂ ਨੂੰ ਤੂੰ ਉਹਨਾਂ ਦੀ ਰਾਜਧਾਨੀ ਵਿੱਚੋਂ ਕੱਢ ਕੇ, ਸਵਰਗਾਂ ਵਿੱਚੋਂ ਕੱਢ ਕੇ ਰਾਜ ਭਾਗ ਲਿਆ ਹੈ ਨਾ, ਲੁੱਟ ਕੁੱਟ ਕੇ ਹੀ। ਕਰ ਦੀਨ ਸ਼ੀਨ ਅਧੀਨ ਕੀਨਿਓ, ਹਾਂ, ਤੂੰ ਦੀਨ ਮੈਨੇ ਕੰਗਾਲ ਕਰਕੇ, ਸ਼ੀਨ ਕਮਜ਼ੋਰ ਕਰਕੇ ਸਾਰੇ ਦੇਵਤਿਆਂ ਤੇ ਪਰਜਾ ਨੂੰ ਅਧੀਨ ਕੀਤਾ ਏ। ਸਭ ਚਰ ਆਚਰ ਬਸ ਜਾਵਤੀ, ਹਾਂ, ਸਾਰੇ ਜੜ ਚੇਤਨ ਬਸ ਅਧੀਨ ਹੋ ਕਰਕੇ ਤੇ ਤੇਰੇ ਤੋਂ ਬਲਹਾਰ ਜਾਂਦੇ ਨੇ। ਤੇ ਕੀ ਹੋ ਗਿਆ ਜੇ ਤੇ ਤਿੰਨੇ ਲੋਕ ਜਿੱਤ ਲਏ ਨੇ? ਤੂੰ ਦੇਵਤਿਆਂ ਨੂੰ ਡੰਡ ਦੇ ਦੇ ਕੇ ਉਹਨਾਂ ਦੇ ਹਿਰਦੇ ਨੂੰ ਦੁੱਖ ਦੇ ਦਿੱਤਾ ਏ ਤੇ ਕੀ ਹੋ ਗਿਆ ਏ? ਤੂੰ ਫਿਰ ਇੰਦਰ ਜਿੱਤ ਲਿਆ ਏ ਤੇ ਕੀ ਹੋ ਗਿਆ ਏ? ਦੇਵਤਿਆਂ ਨੂੰ ਤੂੰ ਬੰਦੀ ਬਣਾ ਲਿਆ ਏ ਤੇ ਕੀ ਹੋ ਗਿਆ ਏ? ਸਵਰਗਾਂ ਵਿੱਚ ਵਾਸਾ ਕਰ ਲਿਆ, ਕੀ ਹੋ ਗਿਆ ਏ? ਦੇਵਤਿਆਂ ਦੀਆਂ ਧੀਆਂ ਭੋਗ ਲਈਆਂ, ਕੀ ਹੋ ਗਿਆ ਏ? ਇੰਦਰ ਨੂੰ ਲੁੱਟ ਕੁੱਟ ਲਿਆ ਤੇ ਕੀ ਹੋ ਗਿਆ ਏ? ਦੇਵਤਿਆਂ ਨੂੰ ਕੰਗਾਲ ਬਣਾ ਕੇ ਆਪਣੇ ਅਧੀਨ ਕਰ ਲਿਆ ਏ। ਸਾਰੇ ਜੜ ਚੇਤਨ ਅਧੀਨ ਹੋ ਕੇ ਤੇਰੇ ਤੋਂ ਬਲਹਾਰੇ ਜਾਂਦੇ, ਕੀ ਹੋ ਗਏ ਨੇ? ਕੀ ਹੋ ਗਿਆ ਏ? ਇੰਨਾ ਕੁਝ ਜਿੱਤ ਲਿਆ ਪਰ ਆਪਣਾ ਤੇ ਪਰਜਾ ਦਾ ਮਨ ਨਹੀਂ ਤੇਰੇ ਤੋਂ ਜਿੱਤਿਆ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੀਰਯਨਾਥ ਐਸੀਆਂ ਵਿਚਾਰਾਂ ਕਰਦਾ ਪਿਆ ਏ। ਬਿਸ਼ਨ ਪਾਦ ਸ਼ੰਤ ਰਾਮਾ ਸਲੋਕ ਕਾ ਭਇਓ ਜਾਓ ਕਈ ਕਲਪ ਕੀ। ਹਾਂ, ਕਹਿੰਦੇ ਕੀ ਹੋਇਆ ਜੇ ਤੂੰ ਕਈ ਕਲਪਾਂ ਦੀ ਆਜੂ ਦੀਰਘ ਕਹਿ ਭੋਗ, ਲੰਮੀ ਉਮਰ ਨੂੰ ਭੋਗਿਆ ਏ। ਗੁਰੂ ਖਾਲਸਾ ਜੀ ਇਹ ਕਲਪ 9 ਯੁੱਗਾਂ ਦਾ ਮੰਨਿਆ ਏ ਤੇ ਅਧਿਆਤਮ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਏ ਕਿ ਜਿਸ ਵਕਤ ਪਰਲੈ ਹੁੰਦੀ ਹੈ ਤੇ ਬ੍ਰਹਮੇ ਦਾ ਜਿਹੜਾ ਇੱਕ ਦਿਨ ਹੈ ਉਹਨੂੰ ਵੀ ਕਲਪ ਮੰਨਿਆ ਏ, ਕਿਉਂਕਿ ਜਦੋਂ ਬ੍ਰਹਮਾ ਸੌਂਦਾ ਉਦੋਂ ਪਰਲੈ ਕਰ ਦਿੰਦਾ ਏ ਤੇ ਜਦੋਂ ਉੱਠਦਾ ਏ ਫਿਰ ਸੰਸਾਰ ਸਾਜ ਦਿੰਦਾ ਏ। ਸੋ ਉਹਨੂੰ ਵੀ ਕਲਪ ਲਿਖਿਆ ਏ। ਸੋ ਕਹਿੰਦਾ ਏ ਬੀਰਯਨਾਥ, ਕੀ ਹੋਇਆ ਜੇ ਤੂੰ ਕਈ ਕਲਪਾਂ ਦੀ ਉਮਰ ਨੂੰ ਭੋਗ ਲੈਣਾ ਕੀਤਾ ਏ? ਸੰਸਾਰ ਦੀ ਪਰਲੈ ਹੋ ਗਈ, ਤੂੰ ਵੈਸੇ ਦਾ ਵੈਸਾ ਹੀ ਰਿਹਾ। ਕੀ ਹੋਇਆ ਜੇ ਤੂੰ ਸਾਰਿਆਂ ਨੂੰ ਜਿੱਤ ਲੈਣਾ ਕੀਤਾ ਏ? ਕੀ ਹੋਇਆ ਤੂੰ ਦੇਵਤਿਆਂ ਦੇ ਹਿਰਦੇ ਨੂੰ ਸੋਖ ਦੁੱਖ ਦੇ ਦਿੱਤਾ, ਦੇਵਤਿਆਂ ਨੂੰ ਦੰਡਿਤ ਕਰ ਦਿੱਤਾ, ਇੰਨੀ ਉਮਰ ਭੋਗੀ ਹੋ ਤੇ ਕੀ ਹੋਇਆ? ਕਾਹਦਾ ਮਾਣ ਕਰਦਾ ਬੀਰਯਨਾਥ? ਓੜਕ ਮਰਨ ਹੋਏਗੋ, ਅਖੀਰ ਨੂੰ ਤੇ ਮਰਨਾ ਹੀ ਹੋਣਾ ਹੈ ਨਾ। ਇੰਨੀ ਉਮਰ ਭੋਗੀ ਹੋ, ਕਿਹੜਾ ਤੂੰ ਚਿਰੰਜੀਵੀ ਹੋ ਗਿਆ ਹੈ ਵੀ ਸਦਾ ਤੂੰ ਜੀਂਦੇ ਰਹਿਣਾ ਹੈ? ਅੰਤ ਨੂੰ ਤੇ ਮਰਨਾ ਹੀ ਹੈ ਨਾ। ਅੱਜ ਨਹੀਂ ਤੇ ਕੱਲ ਨੂੰ ਮਰ ਜਾਵੇਂਗਾ। ਤੂੰ ਅਮਰ ਤੇ ਹੋਇਆ ਨਹੀਂ, ਦੇਵਤਿਆਂ ਦੇ ਰਾਜ ਭਾਗ ਖੋ ਕੇ ਕੀ ਕਰ ਲਿਆ ਏ ਤੂੰ? ਤੂੰ ਇੱਕ ਖਾ ਕੇ ਵੀ ਗੁਜ਼ਾਰਾ ਕਰ ਲੈਣਾ ਸੀ, 36 ਪ੍ਰਕਾਰ ਦੇ ਖਾ ਕੇ, ਤੇ ਤੂੰ ਕਿਹੜਾ ਵੀ ਸੰਸਾਰ ਦਾ ਦੂਜਾ ਭਗਵਾਨ ਬਣ ਗਿਆ ਏ। ਮਰਨਾ ਤੇ ਤੈਨੂੰ ਪੈਣਾ ਹੀ ਹੈ, ਕਿਉਂਕਿ ਜੋ ਜਨਮਾ ਸੋ ਜਾਨੋ ਮੂਆ, ਜਿਹੜਾ ਜੰਮਿਆ ਏ ਉਹਨੇ ਮਰਨਾ ਹੀ ਹੈ। ਬੀਰਯਨਾਥ ਮਨ ਵਿੱਚ ਪਛਤਾਵਾ ਕਰਦਾ, ਪਾਪ ਇੰਨੇ ਕੀਤੇ ਨੇ ਪਰ ਮੈਂ ਮੌਤ ਨੂੰ ਜਿੱਤ ਨਹੀਂ ਸਕਿਆ। ਬਾਪ ਅਨਿਤ ਨਿਤ ਸੋਗ, ਜਿਹੜਾ ਮੇਰਾ ਇਹ ਸਰੀਰ ਹੈ ਇਹ ਅਨਿਤ ਨਾ ਰਹਿਣ ਵਾਲਾ ਏ ਤੇ ਨਿਤਾ ਹੀ ਸੋਗ ਦੁੱਖਾਂ ਦੇ ਵਿੱਚ ਰਹਿਣ ਵਾਲਾ ਏ। ਦੁੱਖ ਰੂਪ ਹੀ ਹੈ, ਨਿਤ ਸੋਗ ਦੁੱਖਾਂ ਦੇ ਨਾਲ ਹੀ ਭਰਿਆ ਹੋਇਆ ਏ ਮੇਰਾ ਸਰੀਰ। ਸ਼ੰਤ ਤਾਂ ਤੇਰੇ ਮਨ ਢੀਲ ਨਾ ਕੀਜੈ, ਫਿਰ ਕਹਿੰਦਾ ਏ ਮਨਾ ਇਸ ਲਈ ਢਿੱਲ ਨਾ ਕਰ। ਮੌਤ ਨਹੀਂ ਉਹ ਜਿੱਤੀ ਗਈ,
ਕੀ ਹੋਇਆ ਜੇ ਇੰਦਰ ਆਦਿਕ ਜਿੱਤ ਲਏ ਨੇ। ਹਰ ਕਰ ਜਿਹ ਬਿਦ ਮੀਚ ਮਰੀਜੈ। ਉਹ ਕੰਮ ਕਰ ਜਿਹੜੀ ਵਿਧੀ ਦੇ ਨਾਲ ਹਰੀ ਦੇ ਕਰ ਹੱਥੋਂ ਤੂੰ ਮੌਤ ਨੂੰ ਪ੍ਰਾਪਤ ਕਰੇ। ਹਰੀ ਦੇ ਹੱਥੋਂ ਮੌਤ ਲੈ ਕੇ ਤੇ ਮਰੀਜੈ ਮਰੇ, ਉਹ ਕੰਮ ਕਰ ਜਿਹੜੀ ਵਿਧੀ ਦੇ ਨਾਲ ਤੈਨੂੰ ਹਰੀ ਦੇ ਹੱਥੋਂ ਮੌਤ ਪ੍ਰਾਪਤ ਹੋਵੇ। ਵਿਦ ਧੱਦੇ ਨੂੰ ਸਿਹਾਰੀ ਹੈ। ਪਲ ਦਾਵ ਅਵਸਰ ਬਨਿਓ ਨੀਕੋ। ਹੁਣ ਭਲ ਚੰਗਾ ਦਾ ਬਣਿਆ ਹੀ, ਚੰਗਾ ਅਵਸਰ ਮੌਕਾ ਬਣਿਆ ਹੀ ਹਰੀ ਦੇ ਹੱਥੋਂ ਮਰਨ ਦਾ। ਹੁਣ ਉਹ ਕੰਮ ਕਰ, ਮਨਾ ਪਛਾਣ ਨੂੰ ਨਾ ਹੋ। ਹੁਣ ਗਾਂ ਨੂੰ ਹੋ ਭਗਵਾਨ ਦੇ ਨਾਲ ਜੰਗ ਕਰ ਤੇ ਭਗਵਾਨ ਦੇ ਹੱਥੋਂ ਮਰ ਕੇ ਵੀਰ ਗਤੀ ਨੂੰ ਪ੍ਰਾਪਤ ਹੋ। ਬਿਲੰਬ ਸੰਕ ਨਾ ਕੀਜੀਐ। ਵੀਰੇ ਨਾਥ ਆਪਣੇ ਮਨ ਨੂੰ ਕਹਿੰਦਾ ਹੁਣ ਬਿਲੰਬ ਨਾ ਕਰ, ਦੇਰੀ ਨਾ ਕਰ, ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰ। ਕਰ ਸਮਰ ਸਨਮੁਖ ਜੁਧ ਹਰ ਸੰਗ। ਹਰੀ ਦੇ ਸਾਹਮਣੇ ਜਾ ਕੇ ਹਰੀ ਦੇ ਨਾਲ ਯੁੱਧ ਕਰਨਾ ਕਰ। ਪ੍ਰਾਨ ਹਰ ਕਰ ਦੀਜੀਐ। ਆਪਣੇ ਪ੍ਰਾਨ ਹਰ ਸਰਬਲੋ ਦੇ ਕਰ ਹੱਥ ਵਿੱਚ ਦੇ ਦੇ। ਸਰਬਲੋ ਭਗਵਾਨ ਤੇਰੇ ਪ੍ਰਾਣਾਂ ਨੂੰ ਕੱਢ ਕੇ ਆਪਣੇ ਵਿੱਚ ਮੇਲ ਲਵੇਗਾ। ਹੋਏ ਮੁਕਤ ਜਾਂ ਬਪ ਆਸੁਰੀ। ਇਹ ਦੰਤਾਂ ਵਾਲੇ ਸਰੀਰ ਤੋਂ ਤੂੰ ਮੁਕਤ ਹੋ ਜਾਵੇਂਗਾ। ਹਰ ਪ੍ਰਾਨ ਮਿੱਤਰ ਜੈ ਪਾਈਐ। ਹਰ ਪ੍ਰਾਨ ਮ੍ਰਿਤ ਜੈ ਪਾਈਐ। ਜੋ ਆਪਣੇ ਪ੍ਰਾਣਾਂ ਨੂੰ ਨਾਸ਼ ਕਰਕੇ ਨਾ ਹਰੀ ਦੇ ਕੋਲੋਂ ਨਾਸ਼ ਕਰਵਾ ਕੇ ਤੇ ਤੂੰ ਮੌਤ ਦੇ ਉੱਪਰ ਜੈ ਪਾ ਲਵੇਂਗਾ। ਖੁ ਸਤਨਾਮ ਸ਼੍ਰੀ ਵਾਹਿਗੁਰੂ। ਹਰ ਪ੍ਰਾਨ ਹਾਹਾ ਰਾਰਾ ਹਰ। ਇਹ ਗੁਰੂ ਖਾਲਸਾ ਜੀ ਇਸ ਤਰੀਕੇ ਨਾਲ ਪਾਠ ਸਮਝਣਾ ਹੈ। ਮਾਤਾ ਜੀ ਦੀ ਬੀੜ ਵਿੱਚ ਮਾਤਾ ਭਾਗੋ ਜੀ ਦੇ ਸਥਾਨ ਤੇ ਜੋ ਲਿਖਤੀ ਬੀੜ ਹੈ ਉਹਦੇ ਵਿੱਚ ਹਾਹਾ ਤੇ ਰਾਰਾ ਹਰ ਇਦਾਂ ਲਿਖਿਆ ਹੋਇਆ ਹੈ। ਹਰਦਾਰ ਸੁੰਦਾ ਏ ਨਾਸ਼। ਨਾਸ਼ ਕਰਵਾ ਕੇ ਨਾ ਆਪਣੇ ਪ੍ਰਾਣਾਂ ਨੂੰ ਤੇ ਮੌਤ ਦੇ ਉੱਪਰ ਇਦਾਂ ਜੈ ਪਾਉਣਾ ਕਰ। ਇਦਾਂ ਤੂੰ ਜੈ ਪਾ ਲਵੇਂਗਾ। ਆਪਣੇ ਪ੍ਰਾਣਾਂ ਦਾ ਨਾਸ਼ ਕਰਵਾ ਕੇ ਹਰੀ ਦੇ ਕੋਲੋਂ। ਇਸ ਲਈ ਪਛਾਣ ਨੂੰ ਪੈਰ ਨਾ ਪੁੱਟ। ਹੁਣ ਮਨਾ ਜੇ ਮੌਤ ਨੂੰ ਜਿੱਤਣਾ ਹੀ ਤੇ ਅਗਾਂਹ ਨੂੰ ਪੈਰ ਪੁੱਟ। ਜਿਹੜੇ ਭਵਜਲ ਸੰਸਾਰ ਤੋਂ ਮੁਕਤ ਹੁੰਦੇ ਨੇ ਉਹ ਮੌਤ ਨੂੰ ਜਿੱਤ ਲੈਂਦੇ ਨੇ। ਗੁਰੂ ਖਾਲਸਾ ਜੀ ਜਿਹੜੇ ਮਰਦੇ ਨੇ ਜੰਮਦੇ ਨੇ ਉਹਨਾਂ ਨੂੰ ਮੌਤ ਜਿੱਤਦੀ ਹੈ। ਜਿਹੜੇ ਜਨਮ ਮਰਨ ਦੇ ਚੱਕਰ ਵਿੱਚ ਨੇ, ਜਿਹੜੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ ਉਹ ਮੌਤ ਨੂੰ ਜਿੱਤ ਲੈਂਦੇ ਨੇ। ਤਾਂ ਬੀਰੇਨਾਥ ਨੇ ਮਨ 'ਚ ਵਿਚਾਰ ਕੀਤੀ, ਇੰਦਰਪੁਰੀ ਜਿੱਤ ਲਈ, ਦੇਵਤਿਆਂ ਦੀਆਂ ਲੜਕੀਆਂ ਨਾਲ ਖੇ ਖਾ ਲਈ, ਕੋਈ ਚੰਗਾ ਕੰਮ ਨਹੀਂ ਕੀਤਾ, ਸੰਸਾਰ ਜਿੱਤ ਲਿਆ, 3 ਲੋਕ ਜਿੱਤ ਲਏ, ਮੌਤ ਤੇ ਜਿੱਤੀ ਨਹੀਂ ਗਈ। ਫਿਰ ਕਹਿੰਦਾ ਮਨਾ ਹੁਣ ਗਾਂ ਨੂੰ ਪੈਰ ਪੁੱਟ, ਭਗਵਾਨ ਨਾਲ ਲੜ ਤੇ ਭਗਵਾਨ ਦੇ ਹੱਥੋਂ ਮਰ। ਆਪਣੇ ਪ੍ਰਾਣਾਂ ਨੂੰ ਹਰ ਨਾਸ਼ ਕਰਵਾ ਕੇ ਭਗਵਾਨ ਦੇ ਹੱਥੋਂ ਤੇ ਮੌਤ ਦੇ ਉੱਪਰ ਜੈ ਪਾ ਲੈਣਾ ਕਰ। ਬੇਗ ਉਦਰਨ ਹੋਏ ਜਾਂ ਤਨ। ਹਾਂ, ਬੇਗ ਛੇਤੀ ਦੇ ਨਾਲ ਇਸ ਤੇਰੇ ਸਰੀਰ ਦਾ ਉਧਾਰ ਹੋ ਜਾਵੇਗਾ, ਉਧਰ ਜਾਵੇਗਾ ਇਹ ਤੇਰਾ ਸਰੀਰ। ਹਰ ਸਰਨ ਸੀਗਰ ਸਿਧਾਈਐ। ਸਿਧਾਈਏ ਛੇਤੀ ਦੇ ਨਾਲ ਜਾਣਾ ਕਰ ਹਰੀ ਦੀ ਸ਼ਰਨ ਵਿੱਚ। ਸੀਗਰ ਛੇਤੀ ਦੇ ਨਾਲ ਸਿਧਾਈਏ ਜਾਣਾ ਕਰ। ਸਭ ਮਿਟਹਿ ਕ੍ਰਿਤ ਆਪ ਕਰਮ ਸਗਰੇ। ਹਾਂ, ਕ੍ਰਿਤ ਕੀਤੇ ਹੋਏ ਅਪਕਰਮ ਭੈੜੇ ਕਰਮ ਸਾਰੇ ਤੇਰੇ ਮਿਟ ਜਾਣਗੇ। ਜਿਹੜੇ ਤੂੰ ਬੁਰੇ ਕਰਮ ਕੀਤੇ ਨੇ, ਦੁਸ਼ਕਰਮ ਕੀਤੇ ਨੇ, ਪਾਪ ਕੀਤੇ ਨੇ, ਇਹ ਸਾਰੇ ਤੇਰੇ ਖਤਮ ਹੋ ਜਾਣਗੇ। ਪਰਾ ਪੂਰਬਲੇ ਪਾਪ ਹੈ। ਹਾਂ, ਜਿਹੜੇ ਪੁਰਾ ਪੂਰਬਲੇ ਪ੍ਰਾਤਨ ਤੋਂ ਪ੍ਰਾਤਨ ਪਾਪ ਨੇ। ਬਾਣੀ ਵਿੱਚ ਗੁਰੂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ, ਮਨ ਅਚੇਤ ਪਾਪ ਤੇ ਡਰ ਰੇ। ਅਚੇਤ ਪਾਪ ਹੁੰਦੇ ਨੇ ਜਿਨ੍ਹਾਂ ਬਾਰੇ ਚੇਤਾ ਹੀ ਨਹੀਂ ਹੁੰਦਾ, ਪਿਛਲੇ ਜਨਮਾਂ ਦੇ ਪਾਪ ਹੁੰਦੇ ਹੈ। ਧ੍ਰਿਤਰਾਸ਼ਟਰ ਗੁਰੂ ਖਾਲਸਾ ਜੀ ਅੱਖਾਂ ਤੋਂ ਅੰਨਾ ਸੀ ਤੇ ਸ਼੍ਰੀ ਕ੍ਰਿਸ਼ਨ ਨੂੰ ਪੁੱਛਿਆ, ਕਹਿਣ ਲੱਗਾ ਤੁਸੀਂ ਯੁੱਗ ਅਵਤਾਰੀ ਹੋ, ਦੁਆਪਰ ਦੇ ਅਵਤਾਰ ਜੋ, ਤੇ ਮੈਂ ਤੇ ਕੋਈ ਪਾਪ ਨਹੀਂ ਕੀਤਾ, ਪਿਛਲੇ 100 ਜਨਮ ਤੱਕ ਦਾ ਮੈਨੂੰ ਪਤਾ ਹੈ, ਤੇ ਮੈਂ ਅੰਨਾ ਕਿਉਂ ਹੋਇਆ? ਤੇ ਭਗਵਾਨ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਕਿ 100 ਜਨਮ ਤੋਂ ਪਿੱਛੇ ਝਾਤੀ ਮਾਰ ਕੇ ਵੇਖ। ਉਸ ਵਕਤ ਛੋਟਾ ਜਿਹਾ ਜੀਵ ਸੀ
ਤੇ ਉਹਦੀਆਂ ਅੱਖਾਂ ਦੇ ਵਿੱਚ ਤੂੰ ਸੂਲ ਮਾਰ ਕੇ ਉਹਨੂੰ ਅੰਨ੍ਹਿਆ ਕਰਕੇ ਤੜਫਾ ਤੜਫਾ ਕੇ ਮਾਰਿਆ ਸੀ। ਇਸ ਵਾਸਤੇ ਤੂੰ ਹੁਣ ਅੰਨਾ ਹੋਇਆ ਹੈ। ਤੈਨੂੰ ਉਹ 100 ਜਨਮ ਤੋਂ ਪਿਛਲਾ ਜਿਹੜਾ ਕੀਤਾ ਹੋਇਆ ਪਾਪ ਸੀ ਉਹਦਾ ਫਲ ਮਿਲਿਆ ਹੈ, ਉਹ ਤੇਰੇ ਸਾਹਮਣੇ ਆਇਆ ਹੈ। ਇਹ ਹੈ ਪਰਾਪੂਰਬਲ। ਪਰਾਪੂਰਬਲੇ ਜੋ ਪਿਛਲੇ ਕੀਤੇ ਹੋਏ ਪਾਪ ਨੇ, ਪ੍ਰਾਤਨ ਤੋਂ ਪ੍ਰਾਤਨ, ਉਹਨੂੰ ਬਾਣੀ ਵਿੱਚ ਲਿਖਿਆ ਅਚੇਤ ਪਾਪ। ਸੋ ਕਹਿੰਦਾ ਏ ਵੀ ਜੇ ਤੂੰ ਭਗਵਾਨ ਦੇ ਹੱਥੋਂ ਮਰਿਆ ਤੇ ਬਿਰਜ ਨਾਦਾ, ਤੇਰੇ ਪੁਰਾਣੇ ਤੋਂ ਪੁਰਾਣੇ ਅਚੇਤ ਪਾਪ ਜਿਨ੍ਹਾਂ ਬਾਰੇ ਤੈਨੂੰ ਚੇਤਾ ਹੀ ਨਹੀਂ, ਉਹ ਵੀ ਤੇਰੇ ਮਿਟ ਜਾਣਗੇ। ਅਬ ਵੇਕ ਮਾਨੇ ਦੋਖ ਨਸ ਹੈ। ਅਬ ਵੇਕ ਹੈ ਮੂਰਖਾ ਮਨਾ, ਜੇ ਤੂੰ ਮੇਰੀ ਗੱਲ ਮੰਨ ਲਵੇਂ ਤੇ ਤੇਰੇ ਸਾਰੇ ਦੁੱਖੜੇ ਨਸ ਜਾਣਗੇ। ਜਨਮ ਮਰਨ ਦੇ ਦੁੱਖ, ਦੁੱਖ ਮੈਨੇ ਪਾਪ, ਪਰਾ ਮੈਨੇ ਪੁਰਾਤਨ, ਪੂਰਬਲੇ ਮੈਨੇ ਪੁਰਾਤਨ। ਪੁਰਾਤਨ ਤੋਂ ਪੁਰਾਤਨ ਜਿਹੜੇ ਤੇਰੇ ਪਾਪ ਦੁੱਖ ਨੇ ਉਹ ਸਾਰੇ ਮਿਟ ਜਾਣਗੇ। ਮਿਟੇ ਤ੍ਰਿਬਿਦ ਤਾਪ ਹੈ। ਤ੍ਰਿਬਿਦ ਤਿੰਨਾਂ ਵਿਧੀਆਂ ਦੇ ਜਿਹੜੇ ਤਾਪ ਨੇ, ਆਦਿ ਵਿਆਧੀ ਉਪਾਧੀ, ਉਹ ਨਾਸ਼ ਹੋ ਜਾਣਗੇ। ਰਹਾਉ ਸਲੋਕ ਯਾ ਬਪ ਮਲਨ ਨਿਸਾਚਰੀ। ਹਾਂ, ਮਨ ਨੂੰ ਕਹਿੰਦਾ ਇਹ ਬਿਰਜਨਾਦ, ਕਹਿੰਦਾ ਇਹ ਸਰੀਰ ਬੜਾ ਮੈਲਾ ਕਚੈਲਾ ਤੇ ਦੰਤਾਂ ਦੀ ਕੁਲ ਵਾਲਾ ਹੈ। ਔਗਣ ਭਰਿਓ ਮੂਲ। ਦੰਤਾਂ ਦੀ ਕੁਲ ਵਿੱਚ ਇਹ ਦੈਤਯ ਸਰੀਰ ਮੂਲ ਮੁੱਢ ਤੋਂ ਹੀ ਔਗਣਾਂ ਦੇ ਨਾਲ ਭਰਿਆ ਹੈ। ਜਨਮ ਤੋਂ ਹੀ ਔਗਣ ਕਰਨੇ ਸ਼ੁਰੂ ਕਰ ਦਿੱਤੇ। ਨੀਚ ਕਰਮ ਜੇਤਕ ਬਿਦਤ। ਜਿਨੇ ਸੰਸਾਰ ਦੇ ਉੱਪਰ ਮਨਾ ਨੀਚ ਕੰਮ ਪ੍ਰਗਟ ਨੇ, ਸੋ ਜਾਂ ਕੇ ਅਨੁਕੂਲ। ਉਹ ਇਸ ਸਰੀਰ ਦੇ ਅਨੁਸਾਰੀ ਨੇ। ਕਿਉਂਕਿ ਜਿਹੜੇ ਦੈਂਤ ਨੇ ਉਹ ਜਨਮ ਤੋਂ ਹੀ ਪਾਪ ਕਰਨੇ ਸ਼ੁਰੂ ਕਰ ਦਿੰਦੇ ਨੇ। ਜੱਟ ਦਾ ਪੁੱਤ ਜਨਮ ਤੋਂ ਹੀ ਗੁਰੂ ਖਾਲਸਾ ਜੀ ਡੰਗਰਾਂ ਦੇ ਨਾਲ ਖੇਡਦਾ ਏ, ਹਲ ਤੇ ਪੰਜਾਲੀ ਦਾ ਉਹਨੂੰ ਪਤਾ ਲੱਗ ਜਾਂਦਾ ਏ, ਤੇ ਜਨਮ ਤੋਂ ਹੀ ਉਹ ਪੱਠੇ ਪਾਉਣੇ ਤੇ ਐਸੀ ਜੋ ਖੇਤੀ ਦੀ ਕਿਰਤ ਹੈ ਉਹਦੇ ਵਿੱਚ ਲੱਗ ਜਾਂਦਾ ਏ। ਫਿਰ ਗੁਰੂ ਖਾਲਸਾ ਜੀ ਸੁਨਾਰੇ ਦਾ ਬੇਟਾ, ਉਹਨੂੰ ਕਦੋਂ ਕੰਮ ਥੋੜਾ ਸਿੱਖਣਾ ਪੈਂਦਾ ਸੋਨੇ ਦਾ, ਉਹ ਘਰ ਹੁੰਦਾ ਏ, ਬਚਪਨ ਤੋਂ ਹੀ ਵੇਖ ਵੇਖ ਕੇ ਸੁਨਿਆਰਾ ਬਣ ਜਾਂਦਾ ਏ। ਇਦਾਂ ਹੀ ਜਿਹੜੇ ਦੈਂਤ ਨੇ ਇਹ ਪਾਪ ਕਰਦੇ ਨੇ, ਇਹਨਾਂ ਨੂੰ ਕੋਈ ਸਿਖਾਉਂਦਾ ਥੋੜਾ ਏ ਵੀ ਇਦਾਂ ਪਾਪ ਕਰੀਦਾ ਏ। ਇਹਨਾਂ ਦੇ ਪਿਓ ਦਾਦੇ ਪੜਦਾਦੇ ਪੁਰਖੇ ਪਾਪ ਕਰਦੇ ਨੇ, ਬਚਪਨ ਤੋਂ ਹੀ ਇਹ ਪਾਪ ਕਰਨ ਲੱਗ ਪੈਂਦੇ ਨੇ। ਪਾਪ ਦੀ ਸਿੱਖਿਆ ਘਰੋਂ ਹੀ ਇਹਨਾਂ ਨੂੰ ਮਿਲ ਜਾਂਦੀ ਹੈ। ਸੋ ਕਹਿੰਦਾ ਵੀ ਜਿੰਨੇ ਸੰਸਾਰ ਤੇ ਨੀਚ ਕੰਮ ਹੈ ਨਾ, ਉਹ ਦੈਤਯ ਸਰੀਰ ਦੇ ਅਨੁਸਾਰ ਨੇ। ਦੈਤਯ ਸਰੀਰ ਉਹਨਾਂ ਕੰਮਾਂ ਨੂੰ ਕਰਦਾ ਏ। ਇਸ ਵਾਸਤੇ ਮਨਾ ਇਹ ਸਰੀਰ ਨੂੰ ਜਿੰਨੇ ਬੁਰੇ ਕੰਮ ਨੇ ਉਹ ਚੰਗੇ ਲੱਗਦੇ ਨੇ, ਇਹਦੇ ਅਨੁਸਾਰੀ ਹੈ। ਬੁਰੇ ਕੰਮਾਂ ਦੇ ਇਹ ਸਰੀਰ ਅਨੁਸਾਰੀ ਹੈ। ਇਸ ਵਾਸਤੇ ਤੂੰ ਹੁਣ ਜੰਗ ਦੇ ਮੈਦਾਨ ਵਿੱਚ ਭਗਵਾਨ ਦੇ ਹੱਥੋਂ ਮੌਤ ਨੂੰ ਲੋਚਨਾ ਕਰ। ਸ਼ੰਤ ਜੋ ਜਨ ਜੈਸੇ ਬਪ ਕਹਿ ਪਾਵੇ। ਹਾਂ, ਜਿਹੜਾ ਜਨ ਜੈਸੇ ਸਰੀਰ ਨੂੰ ਪਾਉਂਦਾ ਏ ਹੇ ਮਨਾ, ਸੋ ਤੈਸੋ ਤਬ ਕਰਮ ਕਮਾਵੇ। ਉਹੋ ਜਿਹਾ ਕਰਮ ਕਮਾਉਣ ਲੱਗ ਜਾਂਦਾ ਏ। ਪੁਨ ਜੈਸ ਸੰਗਤ ਬਸੈ ਨਿਸ ਦਿਨ। ਹਾਂ, ਫਿਰ ਜਿਹੋ ਜੀ ਸੰਗਤ ਵਿੱਚ ਰਵੇ ਰਾਤ ਦਿਨੇ। ਕੁਲ ਧਰਮ ਜੈਸੋ ਹੋਵਹੀ। ਜਿਹੋ ਜੀ ਕੁਲ, ਜਿਹੋ ਜਿਹਾ ਧਰਮ ਹੋਵੇ। ਤੈਸ ਮਤ ਹੈ ਪਰਗਾਸ ਵਾ ਤਨ। ਹਾਂ, ਤੈਸੀ ਉਹਦੀ ਮੱਤ ਹੈ, ਮੱਤ ਹੋ ਜਾਂਦੀ ਹੈ, ਤੈਸਾ ਉਹਦਾ ਸਰੀਰ ਹੋ ਜਾਂਦਾ ਹੈ, ਤੈਸਾ ਮੱਤ ਦਾ ਪ੍ਰਗਾਸ ਹੁੰਦਾ ਹੈ। ਤੈਸ ਮੱਤ ਹੈ ਪ੍ਰਗਾਸ ਵਾ ਤਨ। ਵਾ ਉਸ ਦੇ ਤਨ ਸਰੀਰ ਵਿੱਚ ਤੈਸੀ ਹੀ ਮੱਤ ਦਾ ਪ੍ਰਗਾਸ ਹੋ ਜਾਂਦਾ ਹੈ। ਮੱਤ ਹੈ ਪ੍ਰਗਾਸ। ਇਹ ਗੁਰੂ ਖਾਲਸਾ ਜੀ ਦੂਰ ਦਾ ਸੰਬੰਧ ਰੱਖਦੇ ਨੇ ਦੋਨੋਂ ਸ਼ਬਦ। ਵਾਦ ਅਰਥ ਅਤੇ ਵੀ ਹੁੰਦਾ ਹੈ। ਤੈਸੀ ਹੀ ਮੱਤ ਦਾ ਪ੍ਰਕਾਸ਼ ਹੋ ਜਾਂਦਾ ਏ ਅਤੇ ਤੈਸਾ ਹੀ ਉਹਦਾ ਸਰੀਰ ਹੋ ਜਾਂਦਾ ਏ। ਤੈਸ ਕਰਮ ਕਮਾਵਹੀ। ਐਸੇ ਉਹ ਕਰਮ ਕਮਾਉਣ ਲੱਗ ਜਾਂਦਾ ਏ। ਵਿਦਤ ਹੈ ਸ਼ਰੁਤ ਸ਼ਾਸਤਰ ਸਿਮਰਤਨ। ਹਾਂ, ਇਹ ਵੇਦਾਂ ਵਿੱਚ, ਸ਼ਾਸਤਰਾਂ ਵਿੱਚ ਤੇ ਸਿਮਰਤੀਆਂ ਦੇ ਵਿੱਚ ਇਹ ਗੱਲ ਪ੍ਰਗਟ ਹੀ ਹੈ। ਸਭ ਕਥਿਤ ਗੁਣ ਜਾਨ ਰੇਖ ਮੁਨੀ। ਸਾਰੇ ਕਹਿੰਦੇ ਨੇ ਗੁਣੀ ਜਾਨ ਰਿਖੀ ਮੁਨੀ ਕਿ ਜਿਹੋ ਜਿਹਾ ਕਿਸੇ ਦਾ ਸਰੀਰ ਹੋਵੇ ਉਹੋ ਜਿਹੇ ਉਹ ਕਰਮ ਕਮਾਉਂਦਾ ਏ।
ਜੈਸੀ ਸੰਗਤ ਤੈਸੀ ਰੰਗਤ। ਇਹ ਸਿੱਧ ਪੁਰਖਾਂ ਦੇ ਬੋਲ ਹਨ। ਜੋ ਜੈਸ ਸੰਗਤ ਕਰਤ ਹੈ, ਜੋ ਜਿਹੜਾ ਜੈਸੀ ਸੰਗਤ ਨੂੰ ਕਰਤ ਮੈਨੇ ਕਰਦਾ ਹੈ, ਜੋ ਜੈਸ। ਇਹ ਪਾਠ ਗੁਰੂ ਖਾਲਸਾ ਜੀ ਛਾਪੇ ਦੀਆਂ ਤੇ ਪੁਰਾਣੀਆਂ ਬੀੜਾਂ ਵਿੱਚ ਹੈ, ਇਹ ਠੀਕ ਕਰ ਲੈਣਾ। ਫਲ ਤੈਸ ਪਾਵਤ ਹੈ ਸੁਣੀ। ਮਹਾਰਾਜ ਕਲਗੀਧਰ ਜੀ ਕਹਿੰਦੇ, ਵੀਰੇਨਾਥ ਮਨ ਨੂੰ ਕਹਿੰਦਾ, ਮਨਾ ਮੈਂ ਇਹ ਗੱਲ ਸੁਣੀ ਹੈ ਵੀ ਜਿਹੋ ਜੀ ਸੰਗਤ ਕਰਦਾ ਨਾ ਬੰਦਾ ਤੇ ਤੈਸਾ ਹੀ ਉਹ ਫਲ ਪ੍ਰਾਪਤ ਕਰਦਾ ਏ। ਅਗਿਆਤ ਗੋਤਰ ਮਲਾਏ ਨਿਸ਼ਚਰ। ਹਾਂ ਕਹਿੰਦਾ ਵੀ ਅਗਿਆਤ ਬੇਸਮਝਾਂ ਵਾਲਾ ਸਾਡਾ ਗੋਤਰ ਹੈ, ਮੈਲਾ ਕਚੈਲਾ ਦੰਤਾਂ ਦਾ। ਪੁਨ ਰਗਤ ਬੀਰਜ ਨਿਸਾਚਰੀ। ਹਾਂ ਫਿਰ ਮੈਂ ਦੰਤਾਂ ਦੇ ਖੂਨ ਤੇ ਦੰਤਾਂ ਦੇ ਬੀਰਜ ਤੋਂ, ਮੇਰੀ ਮਾਂ ਵੀ ਦੰਤਨੀ ਸੀ, ਉਹਦੇ ਰਗਤ ਤੋਂ, ਪਿਓ ਵੀ ਦੰਤ ਸੀ, ਉਹਦੇ ਬੀਰਜ ਤੋਂ ਪੈਦਾ ਹੋਇਆ, ਤੇ ਮੇਰਾ ਗੋਤਰ ਵੀ ਦੰਤਾਂ ਵਾਲਾ ਹੈ, ਮੈਲਾ ਕੁਚੈਲਾ ਅਗਿਆਤ ਬੇਸਮਝ। ਹਾਂ ਤਹ ਜਨਮ ਲੀਨੋ ਪਾਪ ਕਰਮ। ਹਾਂ ਮੈਂ ਉੱਥੇ ਜਨਮ ਲਿਆ ਏ ਜਿੱਥੇ ਪਾਪ ਕਰਮ ਹੀ ਹੁੰਦੇ ਆਏ ਨੇ, ਜਿੱਥੇ ਚੰਗਾ ਕਰਮ ਕਦੇ ਹੋਇਆ ਹੀ ਨਹੀਂ। ਦੰਤਾਂ ਦੇ ਘਰ ਪਾਪ ਕਰਮ ਹੀ ਹੋਣੇ ਐ, ਉੱਥੇ ਗੁਰੂ ਖਾਲਸਾ ਜੀ ਵੇਦਾਂ ਦਾ ਪਾਠ ਥੋੜਾ ਹੋਣਾ ਏ। ਪਾਪਾਤਮਾ ਤਨ ਆਸੁਰੀ। ਇਸ ਲਈ ਮਨ ਨੂੰ ਸਮਝਾਉਂਦਾ ਏ, ਮਾਂ ਵੀ ਦੰਤਨੀ ਤੇ ਪਿਓ ਵੀ ਦੰਤ। ਦੰਤਨੀ ਦੀ ਰਗਤ ਤੇ ਦੰਤ ਦੇ ਬੀਰਜ, ਦੰਤਾਂ ਦੀ ਗੋਤ ਵਿੱਚ, ਦੰਤਾਂ ਦੀ ਕੁੱਲ ਵਿੱਚ, ਤੇ ਜਿੱਥੇ ਪਾਪ ਕਰਮ ਹੁੰਦੇ ਨੇ ਉੱਥੇ ਮੇਰਾ ਇਹ ਸਰੀਰ ਦੰਤਾਂ ਵਾਲਾ ਪੈਦਾ ਹੋਇਆ ਹੈ। ਪਾਪਾਤਮਾ, ਮੈਂ ਪਾਪੀ ਆਤਮਾ ਹਾਂ, ਮੇਰਾ ਸਰੀਰ ਵੀ ਪਾਪੀ ਹੈ। ਆਤਮਾ ਦਾ ਅਰਥ ਮਨ ਹੈ, ਮੇਰਾ ਮਨ ਵੀ ਮਨਾ ਤੂੰ ਮੇਰਾ ਹੈ ਪਰ ਤੂੰ ਵੀ ਪਾਪੀ ਹੈ। ਇਹ ਸਰੀਰ ਵੀ ਦੰਤਾਂ ਵਾਲਾ ਪਾਪੀ ਹੈ, ਇਸ ਵਾਸਤੇ ਆਪਣਾ ਭਲਾ ਨਹੀਂ ਬਣਦਾ। ਜੋ ਜੈਸ ਸੰਗਤ ਕਰਤ ਹੈ, ਜੈਸ ਗੁਰੂ ਖਾਲਸਾ ਜੀ ਸੱਸੇ ਨੂੰ ਸਿਹਾਰੀ ਹੈ, ਇਹ ਜੈਸੇ ਦੇ ਅਰਥ ਵਿੱਚ ਲੱਗੀ ਹੈ। ਛੰਦ ਦੇ ਲਿਹਾਜ਼ ਨਾਲ ਜਿੱਥੇ ਮਾਤਰਾ ਵਾਧੀ ਹੋਵੇ ਉੱਥੇ ਲਾਂ ਦੀ ਥਾਂ ਤੇ ਸਿਹਾਰੀ ਲਿਖ ਲੈਂਦੀ ਹੈ। ਇਸੇ ਤਰ੍ਹਾਂ ਫਲ ਤੈਸ, ਇੱਥੇ ਵੀ ਸੱਸੇ ਨੂੰ ਸਿਹਾਰੀ ਚਾਹੀਦੀ ਹੈ, ਛੁੱਟ ਗਈ ਹੈ, ਇਹ ਲਗਾ ਲੈਣੀ। ਸ਼ਲੋਕ ਤੇਹ ਕਰਮੈ ਅਪ ਕਰਮ ਬਹੁ। ਹਾਂ ਕਹਿੰਦਾ ਇਹ ਕਿ ਮੈਂ ਦੰਤਾਂ ਦੇ ਘਰ ਪੈਦਾ ਹੋਣੇ ਕਰਕੇ ਤੇ ਬਹੁਤੇ ਅਪਕਰਮ ਕੀਤੇ ਹਨ। ਕੀਨੈ ਸਗਰੀ ਬੈਸ। ਸਾਰੀ ਉਮਰ ਮੈਂ ਪਾਪ ਕਰਮ ਕਰਨਾ ਕੀਤੇ ਨੇ ਮਨਾ। ਹਿੰਸਾ ਦੁਰਮਤ ਦੁਸ਼ਟਤਾ। ਮੈਂ ਹਿੰਸਾ ਕੀਤੀ ਹੈ, ਗਰੀਬਾਂ ਨੂੰ ਮਾਰਿਆ ਏ। ਦੁਰਮਤ ਖੋਟੀ ਮਤ ਦੇ ਨਾਲ ਆਪਣਾ ਜੀਵਨ ਗੁਜ਼ਾਰਿਆ ਏ। ਦੁਸ਼ਟਤਾ ਨੀਚਪੁਣਾ ਕੀਤਾ ਏ। ਬਿਬਦ ਬਿਕਾਰਨ ਇਸ ਤਰ੍ਹਾਂ ਨਾਨਾ ਪ੍ਰਕਾਰ ਦੇ ਵਿਕਾਰਾਂ ਦੇ ਨਾਲ ਮੈਂ ਆਪਣੀ ਉਮਰ ਗੁਜ਼ਾਰੀ ਹੈ। ਸ਼ਾਂਤ ਨਿਜ ਕੁਲ ਕੋ ਵਿਵਹਾਰਨ ਕਰਿਓ। ਹਾਂ ਮਨਾ, ਜਿਹੜਾ ਮੇਰੀ ਨਿਜ ਕੁਲ ਦਾ ਵਿਵਹਾਰ ਕੰਮ ਸੀ ਨਾ, ਵੀ ਪਾਪ ਕਰਨਾ, ਗਰੀਬਾਂ ਤੇ ਅਤਿਆਚਾਰ ਕਰਨਾ, ਲੋਕਾਂ ਦੀਆਂ ਜਨਾਨੀਆਂ ਖੋਹਣੀਆਂ, ਲੋਕਾਂ ਦਾ ਧਨ ਖੋਹਣਾ, ਉਹ ਕੰਮ ਮੈਂ ਕੀਤੇ ਨੇ। ਕਰਨੋ ਨਾਥੋ ਸੋਈ ਮੂੰਹ ਕਰਿਓ। ਜਿਹੜਾ ਕੰਮ ਮੇਰੇ ਕਰਨ ਦੇ ਯੋਗ ਨਹੀਂ ਸੀ ਨਾ, ਉਹ ਵੀ ਕੰਮ ਮੈਂ ਕੀਤਾ ਹੈ। ਜਿਹੜਾ ਕੰਮ ਮੈਨੂੰ ਨਹੀਂ ਸੀ ਕਰਨਾ ਚਾਹੀਦਾ, ਉਹ ਵੀ ਕੰਮ ਮੈਂ ਕਰਨਾ ਕੀਤਾ ਹੈ। ਮੂੰਹ ਮੈਨੇ ਮੈਂ ਕਰਨੋ ਨਾ ਥੋ ਮੈਨੇ ਸੀ, ਜਿਹੜਾ ਨਹੀਂ ਸੀ ਕਰਨਾ ਸੋਈ ਮੂੰਹ ਕਰਿਓ, ਉਹ ਕੰਮ ਵੀ ਮੈਂ ਕੀਤਾ ਏ। ਪੂਰਬ ਜੇ ਆਪ ਕਰਮ ਕੀਨੈ। ਹਾਂ, ਜਿੰਨੇ ਫਿਰ ਪਹਿਲੇ ਜਨਮਾਂ ਵਿੱਚ ਬੁਰੇ ਪਾਪ ਕੀਤੇ ਨੇ, ਤਿਸ ਕਰ ਨਿਸਾਚਰ ਕੁਲ ਜਇਓ। ਉਹਨਾਂ ਪਹਿਲੇ ਜਨਮਾਂ ਦੇ ਪਾਪਾਂ ਕਰਕੇ ਮੈਨੂੰ ਦੰਤਾਂ ਦੀ ਕੁਲ ਵਿੱਚ ਜਨਮ ਲੈਣਾ ਪਿਆ ਏ। ਦੰਤਾਂ ਦੀ ਕੁਲ ਵਿੱਚ ਮੈਂ ਜਇਓ ਜੰਮਿਆ ਹਾਂ। ਹੁਣ ਵੀ ਪਾਪ ਕੀਤੇ ਐ, ਪਹਿਲੇ ਵੀ ਪਾਪ ਕੀਤੇ ਪਹਿਲੇ ਜਨਮਾਂ ਵਿੱਚ, ਇਸ ਲਈ ਮੈਂ ਪਾਪ ਆਤਮਾ ਹਾਂ, ਪਾਪੀ ਆਤਮਾ ਹਾਂ। ਪਹਿਲੇ ਜਨਮਾਂ ਵਿੱਚ ਪਾਪ ਕੀਤੇ, ਮੇਰਾ ਮਨ ਪਾਪਾਂ ਵਾਲਾ ਹੋ ਗਿਆ, ਮੈਂ ਪਾਪ ਆਤਮਾ ਹੋ ਗਿਆ, ਪਾਪੀ ਆਤਮਾ ਹੋ ਗਿਆ। ਤੇ ਹੁਣ ਮੈਂ ਦੰਤਾਂ ਵਾਲਾ ਸਰੀਰ ਪਾ ਕੇ ਕਿਹੜੀ ਢਿੱਲ ਕੀਤੀ। ਜਿਹੜੇ ਕੰਮ
ਨਹੀਂ ਸੀ ਕਰਨ ਯੋਗ, ਮੈਂ ਉਹ ਵੀ ਕੰਮ ਕਰਨਾ ਕੀਤੇ ਨੇ। ਗਲਤਾਨ ਵਾਹੀ ਪਾਪ ਕਰਮਨ, ਹਾਂ ਮੈਂ ਉਹਨਾਂ ਪਾਪ ਕਰਮਾਂ ਵਿੱਚ ਹੀ ਗਲਤਾਨ ਹੋਇਆ ਹੁਣ ਵੀ, ਜਿਨ੍ਹਾਂ ਪਾਪਾਂ ਕਰਮਾਂ ਕਰਕੇ ਮੈਨੂੰ ਦੈਤਯ ਸਰੀਰ ਪ੍ਰਾਪਤ ਹੋਇਆ ਏ। ਆਪ ਲਓ ਨਾ ਬੰਧਨ ਤੇ ਗਇਓ, ਹਾਂ ਹੁਣ ਤੱਕ ਵੀ ਮੈਂ ਜਿਨ੍ਹਾਂ ਪਾਪ ਕਰਮਾਂ ਦੇ ਫਲ ਕਰਕੇ ਬੰਧਨਾਂ ਤੋਂ ਛੁੱਟ ਕੇ ਗਿਆ ਨਹੀਂ, ਵਾਹਿਗੁਰੂ ਦੇ ਚਰਨਾਂ ਵਿੱਚ ਉਹਨਾਂ ਹੀ ਪਾਪ ਕਰਮਾਂ ਵਿੱਚ ਹੁਣ ਮੈਂ ਫੇਰ ਲੱਗਾ ਹਾਂ। ਭਾਵ ਜਿਨ੍ਹਾਂ ਪਾਪ ਕਰਮਾਂ ਕਰਕੇ ਮੈਨੂੰ ਦੈਤਯ ਸਰੀਰ ਮਿਲਿਆ ਤੇ ਦੈਤਯ ਸਰੀਰ ਦੇ ਬੰਧਨਾਂ ਵਿੱਚ ਮੈਂ ਬੱਝਾ ਹੋਇਆ, ਅਜੇ ਦੈਤਯ ਸਰੀਰ ਤੋਂ ਮੁਕਤ ਨਹੀਂ ਹੋਇਆ। ਮੁਕਤ ਹੋ ਕਰਕੇ ਮੈਂ ਪਰਲੋਕ ਵਿੱਚ ਨਹੀਂ ਗਿਆ ਤੇ ਫਿਰ ਵੀ ਮੈਂ ਉਹਨਾਂ ਹੀ ਪਾਪ ਕਰਮਾਂ ਵਿੱਚ ਗਲਤਾਨ ਹੋਇਆ ਏ, ਜਿਨ੍ਹਾਂ ਪਾਪਾਂ ਕਰਕੇ ਮੈਂ ਇਹ ਦੈਤਯ ਸਰੀਰ ਦੇ ਬੰਧਨਾਂ ਵਿੱਚ ਬੱਝਾ ਹੋਇਆ। ਇੱਥੇ ਬੱਬੇ ਟਿੱਪੀ ਧੱਦਾ ਨੰਨਾ ਬੰਧਨ ਇਸ ਤਰੀਕੇ ਨਾਲ ਪਾਠ ਕਰ ਲੈਣਾ। ਹੁਣ ਕਰਿਓ ਵਾਹੀ ਕਰਮ ਪਾਪਨ, ਹਾਂ ਫਿਰ ਮੈਂ ਉਹੀ ਪਾਪ ਕਰਮ ਕੀਤੇ ਹਨ। ਅਬ ਕੇ ਬੰਦੇ ਕਬ ਛੁਟਹਾ, ਹਾਂ ਹੁਣ ਦਾ ਮੈਂ ਬੱਝਾ ਕਦੋਂ ਛੁਟਾਂਗਾ। ਪਹਿਲਾਂ ਪਾਪ ਕਰਮ ਕੀਤੇ ਤੇ ਦੈਂਤਾਂ ਵਾਲਾ ਸਰੀਰ ਪ੍ਰਾਪਤ ਹੋ ਗਿਆ ਤੇ ਗਲਤਾਨ ਵਾਹੀ ਪਾਪ ਕਰਮਨ, ਮੈਂ ਉਹਨਾਂ ਪਾਪ ਕਰਮਾਂ ਵਿੱਚ ਗਲਤਾਨ ਹਾਂ ਜਿਨ੍ਹਾਂ ਪਾਪ ਕਰਮਾਂ ਕਰਕੇ ਮੈਨੂੰ ਦੈਂਤਾਂ ਵਾਲਾ ਸਰੀਰ ਪ੍ਰਾਪਤ ਹੋਇਆ ਹੈ। ਅਬ ਲਓ ਨਾ ਬੰਧਨ ਤੇ ਗਇਓ, ਦੈਂਤੇ ਸਰੀਰ ਦੇ ਜੋ ਜਨਮ ਮਰਨ ਦੇ ਬੰਧਨ ਨੇ ਉਹਨਾਂ ਵਿੱਚੋਂ ਹੁਣ ਤੱਕ ਮੈਂ ਛੁੱਟਿਆ ਨਹੀਂ। ਅੱਗੇ ਫਿਰ ਮੈਂ ਪਾਪ ਕਰਮ ਕਰੀ ਜਾ ਰਿਹਾ ਤੇ ਹੁਣ ਇਹ ਮੈਂ ਪਾਪ ਕਰਮ ਕਰਕੇ ਹੁਣ ਫਿਰ ਹੋਰ ਬੱਝੀ ਜਾ ਰਿਹਾ ਏ ਜਨਮ ਮਰਨ ਦੇ ਬੰਧਨਾਂ ਵਿੱਚ, ਤੇ ਕਦੋਂ ਛੁੱਟਾਂਗਾ ਐਸਾ ਮਨ ਨੂੰ ਸਮਝਾਉਂਦਾ ਪਿਆ ਏ। ਬਹੁ ਜਨਮ ਵਿਛੜੇ ਹਰ ਸਰਨਾਗਤ, ਹਾਂ ਹਰੀ ਦੀ ਸ਼ਰਨ ਤੋਂ ਵਿਛੜਿਆਂ ਨੂੰ ਬੜਾ ਚਿਰ ਹੋ ਗਿਆ ਏ। ਬਹੁ ਜਨਮ ਵਿਛੜੇ ਹਰੀ ਤੋਂ ਵਿਛੜਿਆਂ ਨੂੰ ਬੜੇ ਜਨਮ ਹੋ ਗਏ ਨੇ। ਸ਼ਰਨਾਗਤ ਹਰੀ ਦੀ ਸ਼ਰਨ ਨੂੰ ਪ੍ਰਾਪਤ ਹੋਇਆਂ ਨੂੰ, ਹਰੀ ਦੀ ਸ਼ਰਨ ਤੋਂ ਵਿਛੜਿਆਂ ਨੂੰ ਬਹੁਤਾ ਚਿਰ ਹੋ ਗਿਆ ਏ। ਸ਼ਰਨਾ ਮੈਨੇ ਸ਼ਰਨ ਤੇ ਗਤ ਮੈਨੇ ਪ੍ਰਾਪਤ, ਹਰੀ ਦੀ ਸ਼ਰਨ ਨੂੰ ਪ੍ਰਾਪਤ ਹੋਇਆਂ ਨੂੰ ਬੜੇ ਜਨਮ ਹੋ ਗਏ ਨੇ ਹਰੀ ਤੋਂ ਵਿਛੜਿਆਂ ਨੂੰ। ਸੋ ਕਰਹੁ ਜਿਹ ਕਰ ਜੁਟ ਹਾਂ, ਮੈਂ ਹੁਣ ਉਹ ਕੰਮ ਕਰਾਂ ਮਨਾ ਜਿਹਦੇ ਨਾਲ ਮੈਂ ਹਰੀ ਦੇ ਨਾਲ ਫਿਰ ਜੁਟ ਜਾਵਾਂ, ਹਰੀ ਦੇ ਚਰਨਾਂ ਵਿੱਚ ਫੇਰ ਜਾ ਕੇ ਤੇ ਮੈਂ ਇੱਕਮਿਕ ਹੋ ਜਾਵਾਂ। ਤੇ ਵਿਛੁਰੇ ਬੱਬੇ ਦੇ ਉੱਪਰ ਅਧਿਕ ਹੈ, ਛੱਛੇ ਨੂੰ ਔਂਕੜ ਤੇ ਰਾਰੇ ਨੂੰ ਲਾਂ। ਸਲੋਕ ਕਠਨ ਦੁਹੇਲਾ ਜਨਮ ਮਰਨ, ਹਾਂ ਸਮਝਾਉਂਦਾ ਆਪਣੇ ਮਨ ਨੂੰ ਇਹ ਜਨਮ ਮਰਨ ਬੜਾ ਕਠਨ ਹੈ, ਬੜਾ ਦੁਹੇਲਾ ਹੈ, ਬੜਾ ਮੁਸ਼ਕਲ ਹੈ। ਇਹ ਜਨਮ ਲੈਣਾ ਤੇ ਫਿਰ ਮਰ ਕੇ ਫਿਰ ਜੰਮਣਾ, ਇਹ ਬਹੁਤਾ ਹੀ ਕਠਨ ਹੈ, ਬਹੁਤਾ ਹੀ ਦੁਹੇਲਾ ਔਖਾ ਹੈ। ਆਵਾ ਗਾਉਨ ਸੰਸਾਰ, ਸੰਸਾਰ ਦੇ ਵਿੱਚ ਆਵਾ ਆਉਣਾ ਤੇ ਗਾਉਣ ਜਾਣਾ, ਆਉਣਾ ਤੇ ਜਾਣਾ, ਇਹ ਚੱਕਰ ਬੜਾ ਔਖਾ ਏ। ਬਾਰ ਬਾਰ ਜਨਮਿਓ ਮਰਿਓ, ਅੱਗੇ ਵੀ ਬਾਰ ਬਾਰ ਮੈਂ ਜੰਮਿਆ ਤੇ ਬਾਰ ਬਾਰ ਮਰਿਆ। ਅਬ ਦੁਖ ਸੂਲ ਅਪਾਰ, ਤੇ ਹੁਣ ਜੇ ਮੈਂ ਸਰਬਲੋ ਭਗਵਾਨ ਦੇ ਜੰਗ ਵਿੱਚੋਂ ਭੱਜ ਗਿਆ, ਡਰਪੋਕ ਪੁਣੇ ਦਾ ਕਾਇਰ ਪੁਣੇ ਦਾ ਕਲੰਕ ਮੱਥੇ ਤੇ ਲਾ ਲਿਆ, ਅੱਗੇ ਬੜਾ ਦੁੱਖ ਸੂਲ ਵਰਗਾ ਪ੍ਰਾਪਤ ਹੋਵੇਗਾ, ਅਪਾਰ ਬਹੁਤ ਵੱਡਾ। ਤੇ ਇਸ ਲਈ ਹੁਣ ਜੰਗ ਦੇ ਮੈਦਾਨ ਵਿੱਚ ਜੁਟ ਤੇ ਭਗਵਾਨ ਦੇ ਹੱਥੋਂ ਮਰ ਕੇ ਵੀਰ ਗਤੀ ਨੂੰ ਪ੍ਰਾਪਤ ਹੋ। ਸ਼ੰਤ ਜਮ ਕਾ ਠੇਂਗਾ ਆਤ ਦੁਖਦਾਈ, ਹਾਂ ਵੀਰਨਾਥ ਮਨ ਵਿੱਚ ਸੋਚਦਾ ਏ ਕਿ ਜਿਹੜਾ ਜਮ ਦਾ ਠੇਂਗਾ ਏ ਨਾ ਇਹ ਬੜਾ ਦੁਖਦਾਈ ਹੈ, ਬੜਾ ਦੁਖਦਾਈ ਹੈ। ਜਮ ਕਾ ਠੇਂਗਾ ਆਤ ਦੁਖਦਾਈ, ਜਿਹੜਾ ਜਮ ਦਾ ਠੂੰਗਾ ਵੱਜਣਾ ਹੈ ਨਾ ਆ ਕਰਕੇ, ਜਿੱਦਾਂ ਕਾਂ ਦਾ ਠੂੰਗਾ ਵੱਜਦਾ ਏ, ਇਦਾਂ ਜਮ ਨੇ ਸਿਰ ਵਿੱਚ ਠੂੰਗਾ ਮਾਰਨਾ ਹੈ। ਛੋਟੇ ਛੋਟੇ ਬੱਚਿਆਂ ਦੇ ਸਿਰ ਵਿੱਚ ਕਾਂ ਠੂੰਗਾ ਮਾਰੇ ਨਾ ਜਾਨ ਕੱਢ ਦਿੰਦਾ ਬੱਚਿਆਂ ਦੀ। ਇਦਾਂ ਹੀ ਜਮ ਦਾ ਠੂੰਗਾ ਵੱਜੇਗਾ
ਬੜਾ ਦੁਖਦਾਈ ਵੱਜੇਗਾ ਸਿਰ ਵਿੱਚ ਆ ਕਰਕੇ। ਮੋਸੋ ਅਬ ਸੋ ਸਹਿਓ ਨ ਜਾਈ। ਬਿਰਜਨਾਥ ਕਹਿੰਦਾ ਪਹਿਲਾਂ ਤੇ ਅਗਿਆਨੀ ਸਾਂ, ਸਹਾਰੀ ਜਾਣੇ ਸਾਂ ਜਮਾਂ ਦਾ ਠੇਂਗਾ, ਪਰ ਹੁਣ ਗਿਆਨੀ ਹੋ ਗਏ, ਹੁਣ ਪਤਾ ਲੱਗ ਗਿਆ ਏ, ਹੁਣ ਚਾਨਣ ਕਰਾ ਦਿੱਤਾ ਇਹ ਆਕਾਸ਼ਵਾਣੀ ਨੇ। ਮਨਾ ਮੇਰੇ ਤੋਂ ਹੁਣ ਉਹ ਠੋਂਗਾ ਨਹੀਂ ਉਹ ਸਹਾਰਿਆ ਜਾਣਾ, ਮੋਹ ਸੋ ਮੇਰੇ ਤੋਂ ਅਬ ਹੁਣ ਉਹ ਠੋਂਗਾ ਸਹਾਰਿਆ ਨਹੀਂ ਹੋ ਜਾਣਾ। ਇਹ ਪਾਠ ਮੁੱਖ ਹੈ ਜੀ। ਪਾਠ ਬੋਧ ਵਿੱਚ ਵੀ ਗਿਆਨੀ ਸਿੰਘਾਂ ਨੇ ਤੇ ਪੁਰਾਣੀਆਂ ਬੀੜਾਂ ਵਿੱਚ ਇਹ ਪਾਠ ਹੁਣ ਵੀ ਦੇਖਿਆ ਏ ਤੇ ਪਾਠ ਬੋਧ ਦੇ ਵੇਲੇ ਵੀ ਦੇਖਿਆ ਸੀ। ਮੰਮੇ ਨੂੰ ਓੜਾ, ਸੱਸੇ ਨੂੰ ਓੜਾ ਤੇ ਨਾਲ ਬਿੰਦੀ, ਮੋਹ ਸੋ ਅਬ ਸੋ ਸਹਿਓ ਨਾ ਜਾਈ। ਮੇਰੇ ਤੋਂ ਹੁਣ ਉਹ ਦੁੱਖ ਸਹਾਰਿਆ ਨਹੀਂ ਜਾਣਾ। ਸੰਜੋਗ ਐਸੋ ਸਮਰ ਛੇਤਰ। ਹਾਂ, ਐਸਾ ਹੁਣ ਸੰਜੋਗ ਬਣਿਆ ਹੈ ਹਰੀ ਦੇ ਨਾਲ ਮਿਲਣ ਦਾ। ਜੰਗ ਦਾ ਮੈਦਾਨ, ਤੇ ਜੰਗ ਦੇ ਮੈਦਾਨ ਵਿੱਚ ਹੁਣ ਮੈਨੂੰ ਹਰੀ ਦੇ ਨਾਲ ਇਕਮਿਕ ਹੋ ਜਾਣਾ ਚਾਹੀਦਾ ਏ। ਹਰ ਸੇ ਬਲੀ ਸੰਗਰਾਮੀਆਂ। ਹਾਂ, ਹੁਣ ਹਰੀ ਦੇ ਨਾਲ ਜੋ ਬਹੁਤਾ ਬਲੀ ਬਲ ਵਾਲਾ ਤੇ ਸੰਗਰਾਮੀਆਂ ਲੜਾਕੂ ਹੈ। ਬਲੀ ਲੜਾਕੂ ਹਰੀ ਦੇ ਨਾਲ ਹੁਣ ਮੈਨੂੰ ਦੋ ਹੱਥ ਕਰ ਲੈਣੇ ਚਾਹੀਦੇ ਨੇ। ਕਬ ਮੋਹੇ ਮਿਲ ਹੈ ਦਾਵੈ ਸੋ। ਬਿਰਜਨਾਥ ਮਨ ਵਿੱਚ ਸੋਚਦਾ ਏ ਜੇ ਹੁਣ ਮੌਕਾ ਛੱਡਦਾ ਨਾ ਫਿਰ ਇਹ ਦਾ ਐਸਾ ਕਦੋਂ ਮਿਲੇਗਾ। ਹਰ ਸਮਰ ਵਰਿਆਮੀਆਂ। ਵਰਿਆਮੀਆਂ ਬਹਾਦਰ ਹਰੀ ਦੇ ਨਾਲ ਜੰਗ ਕਰਨ ਦਾ ਇਹ ਦਾਬ ਮੌਕਾ ਕਦੋਂ ਮੈਨੂੰ ਪ੍ਰਾਪਤ ਹੋਵੇਗਾ। ਦੁਵੈ ਭਾਂਤ ਕੋ ਸਰੁਤ ਮੁਕਤ ਭਾਖਤ। ਫਿਰ ਉਹਨੇ ਵਿਚਾਰ ਕੀਤੀ ਜਿਹੜੀ ਵੇਦਾਂ ਵਿੱਚ ਸ਼ਾਸਤਰਾਂ ਵਿੱਚ ਮੁਕਤੀ ਹੈ ਨਾ ਉਹ ਦੋ ਪ੍ਰਕਾਰ ਦੀ ਕਹੀ ਗਈ ਹੈ। ਇੱਕ ਭਗਤ ਦੁਤੀ ਵਿਰੋਧ ਹੈ। ਇੱਕ ਭਗਤੀ ਹੈ ਤੇ ਦੂਜਾ ਵਿਰੋਧ ਹੈ। ਇਹ ਸ਼ਾਸਤਰਾਂ ਦੇ ਵਿੱਚ ਗੁਰੂ ਖਾਲਸਾ ਜੀ ਧਾਰਮਿਕ ਗ੍ਰੰਥਾਂ ਵਿੱਚ ਮੁਕਤੀ ਦੋ ਪ੍ਰਕਾਰ ਦੀ ਹੈ। ਇੱਕ ਗੁਰੂ ਖਾਲਸਾ ਜੀ ਹਰ ਰੋਜ਼ ਆਉਂਦਾ ਸੀ ਤੇ ਉਹਨੇ ਆਣ ਕੇ ਤੇ ਪੀਰ ਦੀ ਜਗ੍ਹਾ ਦੇ ਉੱਪਰ ਤੇਲ ਦਾ ਦੀਵਾ ਜਗਾਇਆ ਕਰਨਾ, ਤੇ ਦੂਜੇ ਨੇ ਆਉਣਾ ਉਹਨੇ ਆ ਕਰਕੇ ਤੇ ਰੋਜ਼ ਪੀਰ ਦੀ ਮਜ਼ਾਰ ਦੇ ਉੱਪਰ 5 ਛਿੱਤਰ ਮਾਰਿਆ ਕਰਨੇ। ਇੱਕ ਦਿਨ ਗੁਰੂ ਖਾਲਸਾ ਜੀ ਜਿਹੜੇ ਪੀਰ ਸਨ ਜਿਨ੍ਹਾਂ ਦੀ ਮਜ਼ਾਰ ਸੀ ਉਹ ਗੈਬੀ ਤੌਰ ਤੇ ਦੂਜੇ ਪੀਰ ਦੇ ਨਾਲ ਬਚਨ ਕਰਨ ਲੱਗੇ, ਕਿਉਂਕਿ ਉਹਨਾਂ ਦੀ ਤੇ ਮਜ਼ਾਰ ਕਬਰ ਸੀ। ਤੇ ਦੂਜੇ ਪੀਰ ਦੇ ਨਾਲ ਉਹਨੇ ਬਚਨ ਕੀਤਾ ਕਿ ਜਿਹੜਾ ਛਿੱਤਰ ਮਾਰਦਾ ਮੇਰੇ ਆਣ ਕੇ ਰੋਜ਼ ਮੈਨੂੰ ਇਹ ਜ਼ਿਆਦਾ ਪਿਆਰਾ ਹੈ, ਦੀਵੇ ਬਾਲਣ ਵਾਲਾ ਨਹੀਂ। ਉਹ ਕਹਿੰਦਾ ਇੱਕ ਛਿੱਤਰ ਮਾਰਦਾ ਪਿਆ, ਇੱਕ ਦੀਵਾ ਜਗਾਉਂਦਾ ਪਿਆ। ਤੁਸੀਂ ਕਹਿੰਦੇ ਹੋ ਵੀ ਜਿਹੜਾ ਦੀਵਾ ਜਗਾਉਣ ਵਾਲਾ ਪਿਆਰਾ ਨਹੀਂ ਤੇ ਛਿੱਤਰ ਮਾਰਨ ਵਾਲਾ ਪਿਆਰਾ ਹੈ। ਉਹ ਕਹਿੰਦਾ ਕੱਲ ਹੀ ਦਿਖਾ ਦੇਵਾਂਗੇ। ਪੀਰ ਨੇ ਬੜਾ ਹਨੇਰ ਝੱਖੜ ਲਿਆਂਦਾ। ਦੀਵਾ ਜਗਾਉਣ ਵਾਲਾ ਕਹਿੰਦਾ ਵੀ ਚਲੋ ਹਨੇਰ ਝੱਖੜ ਆਉਂਦਾ, ਜੰਗਲ ਵਿੱਚ ਜਾਣਾ ਔਖਾ ਏ, ਫਿਰ ਹਨੇਰ ਝੱਖੜ ਦੇ ਨਾਲ ਕਿਹੜਾ ਦੀਵਾ ਜਗਦਾ ਰਹਿਣਾ, ਬੁੱਝ ਹੀ ਜਾਣਾ ਏ, ਚਲੋ ਛੱਡੋ ਕੱਲ ਨੂੰ ਜਗਾ ਦਾਂਗੇ, ਕੱਲ ਨੂੰ ਦੋ ਜਗਾ ਦਾਂਗੇ। ਜਿਹੜਾ ਛਿੱਤਰ ਮਾਰਨ ਵਾਲਾ ਸੀ ਉਹਨੇ ਸੋਚਿਆ ਵੀ ਮੀਂਹ ਹਨੇਰੀ ਵਗਦੀ ਹੈ, ਜੇ ਨਾ ਛਿੱਤਰ ਮਾਰੇ ਤੇ ਪੀਰ ਕਵੇਗਾ ਡਰ ਗਿਆ ਏ, ਆਪਾਂ ਆਪਣਾ ਨਿਯਮ ਕਿਉਂ ਖਤਮ ਕਰਨਾ। ਉਹ ਗੁਰੂ ਖਾਲਸਾ ਜੀ ਮੀਂਹ ਹਨੇਰੀ ਝੱਖੜ ਦੇ ਵਿੱਚ ਗਿਆ ਤੇ ਜਾ ਕੇ ਪੀਰ ਦੇ ਮਜ਼ਾਰ ਤੇ ਸਿਰ ਤੇ ਮਾਰੇ 5 ਛਿੱਤਰ। ਤੇ ਗੈਬੀ ਤੌਰ ਤੇ ਪੀਰ ਕਹਿਣ ਲੱਗਾ ਦੱਸ ਦੀਵਾ ਜਗਾਉਣ ਵਾਲਾ ਨਾਗਾ ਪਾ ਗਿਆ, ਛਿੱਤਰਾਂ ਵਾਲਾ ਨਹੀਂ ਨਾਗਾ ਪਾ ਕੇ ਗਿਆ। ਛਿੱਤਰਾਂ ਵਾਲਾ ਜਿਹੜਾ ਇਹ ਮੈਨੂੰ ਜ਼ਿਆਦਾ ਪਿਆਰਾ ਏ, ਜਿਹੜਾ ਮੇਰੀ ਕਬਰ ਤੇ ਆ ਕੇ ਰੋਜ਼ ਛਿੱਤਰ ਮਾਰਦਾ ਏ, ਦੀਵਿਆਂ ਵਾਲੇ ਨਹੀਂ। ਇਹ ਨਿਯਮ ਦੀ ਗੱਲ ਹੈ। ਗੁਰੂ ਖਾਲਸਾ ਜੀ ਦੋ ਮਾਰਗ ਨੇ, ਇੱਕ ਪਰਮੇਸ਼ਰ ਦੇ ਨਾਲ ਪਿਆਰ ਕਰ ਲਓ, ਇੱਕ ਪਰਮੇਸ਼ਰ ਦੇ ਨਾਲ ਵਿਰੋਧ ਕਰ ਲਓ, ਕਰੋ ਨਿਯਮ ਦੇ ਨਾਲ। ਇਹ ਦੋ ਮਾਰਗ ਨੇ। ਜਿਵੇਂ ਖੁਦਾ ਦੇ ਪਾਸ ਮੂਸਾ ਪੈਗੰਬਰ ਜੀ ਗਏ, ਉਹ ਕਹਿਣ ਲੱਗੇ ਇੱਕ ਤੇ ਤੈਨੂੰ ਗਾਲਾਂ ਕੱਢਦਾ ਪਿਆ ਏ ਰੋਜ਼, ਇੱਕ ਤੇਰੀ ਭਗਤੀ ਕਰਦਾ ਪਿਆ ਏ, ਮੈਨੂੰ ਜਾਪਦਾ ਏ ਅੱਲਾਹ ਤਾਲਾ ਜੀ ਖੁਦਾ ਜੀ
ਤੁਹਾਡਾ ਪਿਆਰ ਗਾਲਾਂ ਕੱਢਣ ਵਾਲੇ ਦੇ ਨਾਲ ਹੈ। ਖੁਦਾ ਕਹਿਣ ਲੱਗੇ ਜਿਹੜਾ ਗਾਲਾਂ ਕੱਢਦਾ ਏ ਉਹ ਮੇਰਾ ਜ਼ਿਆਦਾ ਪ੍ਰੇਮੀ ਹੈ, ਨੇਮੀ ਹੈ। ਕਹਿੰਦੇ ਦੇਖ ਲੈ। ਮੂਸੇ ਨੂੰ ਕਹਿਣ ਲੱਗੇ ਜੇ ਚੈੱਕ ਕਰਨਾ ਦੇਖਣਾ ਤੇ ਦੇਖ ਲੈ। ਮੂਸਾ ਗੁਰੂ ਖਾਲਸਾ ਜੀ ਗਿਆ, ਜਾ ਕੇ ਕਹਿਣ ਲੱਗਾ ਪਹਿਲਾਂ ਜਿਹੜਾ ਭਗਤੀ ਕਰਦਾ ਸੀ ਵੀ ਖੁਦਾ ਨੇ ਕੀ ਕੀਤਾ ਏ ਵੀ ਸੂਈ ਦਾ ਨੁੱਕਾ ਹੁੰਦਾ ਨਾ ਜਿਹਦੇ ਵਿੱਚ ਧਾਗਾ ਪਾਈਦਾ ਏ, ਉਹਦੇ ਵਿੱਚ ਦੀ ਹਾਥੀ ਦੀ ਪੂਛ ਫੜ ਕੇ ਤੇ ਹਾਥੀ ਬਾਹਰ ਕੱਢ ਦਿੱਤਾ ਏ। ਉਹ ਕਹਿੰਦਾ ਜਾ ਝੂਠ ਨਾ ਮਾਰ, ਏਦਾਂ ਕਿੱਦਾਂ ਹੋ ਸਕਦਾ ਏ? ਉਹ ਨੁੱਕੇ ਵਿੱਚ ਉਹਦੇ ਮਸਾਂ ਧਾਗਾ ਲੰਘਦਾ ਏ, ਪੂਛ ਵੀ ਨਹੀਂ ਲੰਘ ਸਕਦੀ, ਹਾਥੀ ਕਿਵੇਂ ਲੰਘ ਸਕਦਾ ਏ? ਉਹ ਦੂਸਰੇ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਭਗਵਾਨ ਨੇ, ਖੁਦਾ ਨੇ, ਅੱਲਾਹ ਤਾਲਾ ਨੇ ਸੂਈ ਦੇ ਨੁੱਕੇ ਵਿੱਚੋਂ ਹਾਥੀ ਕੱਢ ਦਿੱਤਾ ਹੈ। ਉਹ ਗਾਲ ਕੱਢ ਕੇ ਕਹਿਣ ਲੱਗਾ ਖੁਦਾ ਜਿਹੜਾ ਨਾ ਹੈ ਬਹੁਤ ਹੈ, ਉਹਨੇ ਕਰ ਦਿੱਤਾ ਹੋਣਾ ਹੈ ਇਦਾਂ। ਕਹਿਣ ਲੱਗੇ ਦੱਸ, ਗਾਲਾਂ ਕੱਢਣ ਵਾਲੇ ਦੀ ਸ਼ਰਧਾ ਜ਼ਿਆਦਾ ਹੈ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਕਿ ਭਗਵਾਨ ਨੂੰ ਆਪਾਂ ਹੁਣ ਗਾਲਾਂ ਕੱਢਣ ਲੱਗ ਪੈਣੀਆਂ, ਪਰ ਇਹ ਵੀ ਇੱਕ ਮਾਰਗ ਹੈ ਪਰਮੇਸ਼ਰ ਨੂੰ ਮਿਲਣ ਦਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਦੋ ਭਾਂਤ ਦੀ ਵੇਦਾਂ ਵਿੱਚ ਮੁਕਤੀ ਕਹੀ ਹੈ। ਇੱਕ ਪਰਮੇਸ਼ਰ ਦੀ ਭਗਤੀ ਕਰ ਲੋ ਤੇ ਦੂਜਾ ਪਰਮੇਸ਼ਰ ਦੇ ਨਾਲ ਆਡਾ ਲਾ ਲੋ। ਬੀਰਜਨਾਥ ਦੇ ਮੁਖ ਵਿੱਚ ਰੱਖ ਕੇ ਮਹਾਰਾਜ ਇਹ ਬਚਨ ਲਿਖਦੇ ਪਏ ਨੇ। ਸੋ ਬੀਰਜਨਾਥ ਕਹਿੰਦਾ ਇਹ ਗੱਲ ਲਿਖੀ ਹੋਈ ਹੈ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਵਿੱਚ। ਬਾਪ ਆਸਰੀ ਨਹਿ ਭਗਤ ਉਪਜਤ। ਹਾਂ, ਮੇਰਾ ਸਰੀਰ ਦੰਤਾਂ ਵਾਲਾ ਹੈ, ਇਹਦੇ ਵਿੱਚ ਭਗਤੀ ਦੇ ਪੈਦਾ ਹੋ ਹੀ ਨਹੀਂ ਸਕਦੀ। ਭਗਤੀ ਦੇ ਮੈਂ ਕਰ ਹੀ ਨਹੀਂ ਸਕਦਾ ਪ੍ਰਭੂ ਦੀ, ਕਿਉਂਕਿ ਇਹ ਮਨੁੱਖੇ ਜਾਮੇ ਵਿੱਚ ਭਗਤੀ ਹੁੰਦੀ ਹੈ, ਦੰਤਾਂ ਵਾਲੇ ਜਾਮੇ ਵਿੱਚ ਨਹੀਂ ਹੁੰਦੀ। ਮਤ ਤਾਮਸੀ ਅਨਬੋਧ ਹੈ। ਫਿਰ ਜਿਹੜੀ ਮੇਰੀ ਮਤ ਹੈ ਇਹ ਤਮੋ ਗੁਣੀ ਹੈ, ਇਹਦੇ ਵਿੱਚ ਗਿਆਨ ਨਹੀਂ ਪੈਦਾ ਹੋ ਸਕਦਾ। ਕਿਉਂਕਿ ਵਿਚਾਰਮਾਲਾ ਗ੍ਰੰਥ ਵਿੱਚ ਮੁਕਤੀ ਦੇ 4 ਦਰਵਾਜ਼ੇ ਲਿਖੇ ਨੇ, ਇੱਕ ਭਗਤੀ, ਇੱਕ ਗਿਆਨ, ਇੱਕ ਯੋਗ ਤੇ ਇੱਕ ਸਤ ਸੰਗਤ। ਇਹ 4 ਦਰਵਾਜ਼ੇ ਨੇ। ਉਹ ਕਹਿੰਦਾ ਜੇ ਗਿਆਨ ਦੇ ਮਾਰਗ ਤੇ ਚੱਲਾਂ, ਸਤ ਅਸਤ ਦੀ ਵਿਚਾਰ ਕਰਾਂ ਤੇ ਮੇਰੀ ਬੁੱਧੀ ਤਮੋ ਗੁਣੀ ਹੈ, ਤਾਮਸੀ ਹੈ, ਇਹਦੇ ਵਿੱਚ ਗਿਆਨ ਨਹੀਂ ਪੈਦਾ ਹੋ ਸਕਦਾ। ਇਹ ਅਨਬੋਧ ਹੈ, ਗਿਆਨ ਤੋਂ ਬਿਨਾਂ ਏ। ਦਵੈ ਭਾਂਤ ਕੋ ਸੁਰਤ ਮੁਕਤ ਭਾਖਤ, ਇੱਕ ਭਗਤ ਦੁਤੀ ਵਿਰੋਧ ਹੈ। ਬਾਪ ਆਸੁਰੀ ਨਹਿ ਭਗਤ ਉਪਜਤ, ਮਤ ਤਾਮਸੀ ਅਨਬੋਧ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।